ਚਾਚਾ ਜੀ ਅੰਦਰ ਆ ਜਾਈਏ। ਸਾਡਾ ਅੰਦਰ ਉਹ ਪਿੱਛੋਂ ਸ਼ੁਰੂ ਹੁੰਦਾ। ਇਸ ਵੇਲੇ ਤੁਸੀਂ ਵਿਹੜੇ 'ਚ ਖੜੇ ਹੋ। ਆ ਮਾਣ ਸਤਿਕਾਰ ਫਿਰ ਕਰ ਲਿਓ, ਪਹਿਲਾਂ ਲੱਡੂ ਛਕੋ। ਇਹ ਲੱਡੂ ਕਿਹੜੀ ਖੁਸ਼ੀ ਦੇ ਨੇ? ਸ਼ਰਮਾ ਜੀ, ਅਜੇ ਤੱਕ ਚਾਚਾ ਜੀ ਨੂੰ ਇਹੀ ਨਹੀਂ ਪਤਾ ਕਿ ਮੋਤੀਚੂਰ ਦੇ ਲੱਡੂ ਕਿਹੜੀ ਖੁਸ਼ੀ ਦੇ ਹੁੰਦੇ ਨੇ। ਅੱਛਾ, ਇਹ ਗੱਲ ਹੈ। ਓਏ ਸਾਧਾਂ ਦੇ ਮੰਗਿਆਂ ਦੁੱਧ ਨਹੀਂ ਮਿਲਦਾ, ਬਿੱਲੀਆਂ ਖਾਣ ਮਲਾਈਆਂ, ਭਲੇ ਮਾਨਸਾਂ ਨੂੰ ਸਾਕ ਨਹੀਂ ਹੁੰਦੇ ਤੇ ਇੱਧਰ ਲੁੱਚਿਆਂ ਨੂੰ ਕੜਮਾਈਆਂ। ਮੰਗਣਾ ਕਰਾ ਕੇ ਆਇਆ ਲੱਗਦਾ, ਉਹ ਵੀ ਚਾਚੇ ਨੂੰ ਬਿਨਾਂ ਦੱਸੇ। ਤੁਹਾਨੂੰ ਕਿਹਨੇ ਕਹਤਾ ਮੰਗਣਾ ਕਰਾ ਕੇ ਆ? ਐਵੇਂ ਬਤਾ ਬੋਲੀ ਜਾਂਦੇ ਹੋ। ਤੁਸੀਂ ਆਪੇ ਹੀ ਸੋਚੋ ਵੀ ਚਾਚੇ ਬਿਨਾਂ ਭਤੀਜ ਦਾ ਮੰਗਣਾ ਹੋ ਸਕਦਾ ਹੈ? ਮਾਫ ਕਰਨਾ ਭਤੀਜ, ਮੈਂ ਥੋੜਾ ਜਜ਼ਬਾਤੀ ਹੋ ਗਿਆ ਸੀ ਯਾਰ। ਜਜ਼ਬਾਤੀ ਹੋ ਗਿਆ ਸੀ, ਪਰ ਮੈਨੂੰ ਤਾਂ ਆਉਂਦੇ ਨੂੰ ਸ਼ਿਕਾਇਤ ਸੀ ਚਾਹ। ਓਏ ਤੂੰ ਸ਼ੁਕਰ ਕਰ ਮੈਨੂੰ ਜਲਦੀ ਪਤਾ ਲੱਗ ਗਿਆ, ਨਹੀਂ ਤਾਂ ਮੈਂ ਦੀਪੇ ਬੁੜੇ ਵਾਂਗੂ ਲਾ ਦੇਣੀ ਸੀ। ਹਾਂ ਨਹੀਂ, ਗੁਰਦੀਪ ਦੀ ਨਜ਼ਰ ਕੁਝ ਜ਼ਿਆਦਾ ਹੀ ਮਸ਼ਹੂਰ ਹੈ। ਨਾ ਤੈਨੂੰ ਨਹੀਂ ਪਤਾ ਜਦੋਂ ਉਹਨੇ ਕਰਤਾਰ ਸਿੰਘ ਦੀ ਝੋਟੀ ਨੂੰ ਲਾਈ ਸੀ? ਕਦੋਂ? ਜਦੋਂ ਉਹਦੀ ਆਪਣੀ 5 ਕਲਿਆਣੀ ਝੋਟੀ ਮਰੀ ਸੀ। ਦੂਏ ਦਿਨ ਹੀ ਬਹਿ ਗਿਆ ਸੀ ਦਰਵਾਜ਼ੇ ਹੁੱਕਾ ਫੜ ਕੇ। ਨਾਲੇ ਲੋਕਾਂ ਦੀਆਂ ਝੋਟੀਆਂ ਨੂੰ ਹਾਂ ਲਾਈ ਜਾਵੇ, ਵਿੱਚੇ ਰੱਬ ਨੂੰ ਕੋਸੀ ਜਾਵੇ ਤੇ ਵਿੱਚੇ ਹੁੱਕਾ ਗੁੜਗੜਾਈ ਜਾਵੇ। ਕਿਵੇਂ? ਅੱਛਾ ਵੀ ਦਾਤਾ, ਸਾਡੀ ਤਾਂ ਚੱਕਤੀ ਬਈ। ਹੁਣ ਕਰਤਾਰ ਸਿੰਘ ਦੀ ਝੋਟੀ ਰਿੰਗਦੀ ਆ, ਈਸਰੀ ਧਾਰ ਕੱਢ ਕੇ ਚੱਲੀ ਬਈ। ਅੱਛਾ ਵੀ ਦਾਤਾ, ਸਾਡੇ ਤਾਂ ਜਵਾਕਾਂ ਦੇ ਮੂੰਹੋਂ ਤੂੰ ਰਿਜ਼ਕ ਖੋਲਿਆ। ਹੁਣ ਈਸਰੀ ਦੇ ਪੋਤੇ ਕੰਗਣੀਆਂ ਵਾਲਾ ਗਲਾਸ ਭਰ ਭਰ ਪੀਣਗੇ। ਅੱਛਾ ਵੀ ਦਾਤਾ, ਜੋ ਤੈਨੂੰ ਮਨਜ਼ੂਰ। ਫੇਰ ਕੀ ਹੋਇਆ? ਫੇਰ ਕੀ ਹੋਣਾ ਸੀ? ਦੂਏ ਦਿਨ ਕਰਤਾਰ ਸਿੰਘ ਦੀ ਮਰ ਗਈ। ਚਾਚਾ ਤੂੰ ਕਹਿਣਾ ਕੀ ਚਾਹੁੰਨਾ? ਓਏ ਕਹਿਣਾ ਮੈਂ ਇਹ ਚਾਹੁੰਦਾ ਵੀ ਜੇ ਕਿਧਰੇ ਤੂੰ 1-2 ਮਿੰਟ ਹੋਰ ਲੇਟ ਹੋ ਜਾਂਦਾ ਮੈਨੂੰ ਦੱਸਣੋ, ਮੈਂ ਤਾਂ ਮਗਰ ਹੀ ਹੁੱਕਾ ਚੱਕ ਲੈਣਾ ਸੀ। ਕਿਵੇਂ? ਅੱਛਾ ਵੀ ਦਾਤਾ, ਚੜਾਈ ਆ ਵੀ ਬਾਲੇ ਦੀ, ਅਸੀਂ ਤਾਂ ਦਿਨ ਕਟੀ ਕਰਦੇ ਆਂ। ਦੇਖ ਲਾ ਵੀ ਦਾਤਾ, ਮੰਗਣਾ ਕਰਾ ਲਿਆ ਬਿਨਾਂ ਦੱਸੇ। ਸਾਡੇ ਤਾਂ ਘਰੇ ਰੁੱਖੀ ਮਿੱਸੀ ਹੁੰਦੀ ਆ, ਪਰ ਅਗਲਾ ਚੋਪੜਵੀਆਂ ਖਾਊ। ਅੱਛਾ ਵੀ ਦਾਤਾ। ਉਹ ਚਾਚਾ ਮਿੰਤ ਵਾਲਾ ਕੰਮ ਆ, ਵੇਖੀ ਕਿਤੇ ਹਾਲ ਆਦਮੀ। ਓਏ ਮੇਰਾ ਤਾਂ ਜੇ ਤੰਦੂਰ ਵੀ ਨਹੀਂ ਮਗਿਆ, ਤੂੰ ਪਹਿਲਾਂ ਹੀ ਪਾਣੀ ਪਾਉਣ ਨੂੰ ਫਿਰਦਾ। ਇਹ ਲੱਡੂ ਤਾਂ ਨੀਲੂ ਦੇ ਪਾਸ ਹੋਣ ਦੀ ਖੁਸ਼ੀ ਦੇ ਨੇ। ਅੱਛਾ ਇਹ ਗੱਲ ਐ। ਓਏ ਕੁੜੀਏ, ਹੁਣ ਤੂੰ ਦਿਨ ਸੁਧਨੇ ਆਉਣ ਜੋਗੀ ਰਹਿ ਗਈ। ਓਏ ਤੂੰ ਤਾਂ ਚਾਚੇ ਦਾ ਘਰ ਆਏ ਭੁੱਲ ਗਈ ਜਿਵੇਂ ਚੋਣਾਂ ਤੋਂ ਬਾਅਦ ਨੇਤਾ ਆਪਣਾ ਹਲਕਾ ਭੁੱਲ ਜਾਂਦਾ। ਓਏ ਚੱਲੀਏ, ਤੇਰੇ ਨਾਲ ਤਾਂ ਵਾਵ ਰੋਲੇ ਚੰਗੇ ਆ ਜਿਹੜੇ ਜੇਠ ਹਾੜ 'ਚ ਤਾਂ ਆ ਜਾਂਦੇ ਆ। ਓਏ ਤੂੰ ਤਾਂ ਸੌਣ ਭਾਦੋਂ ਟਪਾ ਕੇ ਬਣਾ ਆਈ। ਚਾਚਾ ਜੀ, ਤੁਹਾਡਾ ਗੁੱਸਾ ਸਿਰ ਮੱਥੇ। ਸੌਰੀ, ਬਸ। ਪਰ ਚਾਚਾ ਜੀ, ਨੀਲੂ ਵੀ ਕੀ ਕਰੇ? ਪੜ੍ਹਾਈਆਂ ਪਤਾ ਅੱਜ ਕੱਲ੍ਹ ਦੀਆਂ, ਵਿਦਿਆਰਥੀਆਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖਤਮ ਹੋ ਜਾਂਦੀ ਆ, ਪਰ ਸਿਲੇਬਸ ਖਤਮ ਨਹੀਂ ਹੁੰਦਾ। ਅੱਛਾ, ਤਾਂ ਜਨਾਬ ਜੀ ਇਹ ਕਹਿਣਾ ਚਾਹੁੰਦੇ ਆ ਕਿ ਨੀਲੂ ਨੂੰ ਰਾਤ ਨੂੰ ਨੀਂਦ ਕੋਈ ਨਹੀਂ ਤੇ ਦਿਨ ਨੂੰ ਚੈਨ ਕੋਈ ਨਹੀਂ। ਬਾਲਾ ਬੁਲਾਵੇ ਤੇ ਭੱਜੀ ਭੱਜੀ ਜਾਵੇ ਤੇ ਸਾਡੇ ਲਈ ਟਾਈਮ ਕੋਈ ਨਹੀਂ। ਨਾ ਹੁਣ ਮਿਹਣੇ ਹੀ ਮਾਰੀ ਜਾਓਗੇ ਕਿ ਕੁੜੀ ਨੂੰ ਵਧਾਈਆਂ ਵੀ ਦਵੋਗੇ? ਓਏ ਵਧਾਈਆਂ ਵੀ ਦਿਆਂਗੇ, ਇਨਾਮ 'ਚ ਸੋਨੇ ਦਾ ਕੋਕਾ ਵੀ ਦਿਆਂਗੇ। ਹਾਏ ਮੈਂ ਮਰ ਜਾ, ਮੈਨੂੰ ਕੋਕਾ ਕਢਾ ਕੇ ਦਿਓਗੇ? ਬਿਲਕੁਲ। ਚਾਚਾ ਜੀ, ਤੁਸੀਂ ਤਾਂ ਵਾਲੇ ਹੀ ਚੰਗੇ ਹੋ। ਕੋਕਾ ਜੋ ਕਢਾ ਕੇ ਦੇ ਰਹੇ ਆ? ਨਹੀਂ, ਤੁਸੀਂ ਵੈਸੇ ਵੀ ਬੜੇ ਚੰਗੇ ਹੋ। ਮੈਂ ਵੈਸੇ ਹੀ ਬੜਾ ਚੰਗਾ। ਆਹੋ। ਚਲੋ ਫਿਰ ਕੋਕਾ ਰਹਿਣ ਦਿੰਨੇ। ਕੰਜੂਸ, ਮੱਖੀ ਚੂਸ। ਕੇ ਪੈਲਦੀ ਐ। ਓਏ ਕੋਕਾ ਕਿਹੜੇ ਮੂੰਹ ਨਾਲ ਕਰਾ ਕੇ ਦਈਏ? ਜੇ ਇੱਕ ਪਾਸੇ ਖੁਸ਼ੀ ਹੁੰਦੀ ਆ ਤਾਂ ਦੂਜੇ ਪਾਸੇ ਗਮੀ ਹੋ ਜਾਂਦੀ ਆ। ਇੱਕ ਪਾਸੇ ਦਾ ਕੋਕਾ ਕਢਾਉਣ ਨੂੰ ਜੀ ਕਰਦਾ ਤੇ ਦੂਜੇ ਪਾਸੇ ਨੱਕ ਵਢਾਉਣ ਨੂੰ ਜੀ ਕਰਦਾ। ਕਿਉਂ? ਇੱਧਰ ਵੇਖੋ ਨਾ, ਨੀਲੂ ਪਾਸ ਹੋਈ ਆ, ਸਾਰੇ ਪਿੰਡ ਦਾ ਮਾਣ ਰਹਿ ਗਿਆ, ਤੇ ਉਧਰ ਸਾਡੇ ਕਹਿਲੇ ਕਾ ਧੰਤੂ ਹਲਾ 7ਵੀਂ ਚੋਂ ਤੀਜੀ ਵਾਰੀ ਫੇਰ ਰਹਿ ਗਿਆ। ਐਤਕੀ ਫੇਰ ਫੇਲ ਹੋ ਗਿਆ। ਓਏ ਜਿਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਨਹੀਂ ਪਤਾ, ਉਹਨੇ ਸਵਾਹ ਪਾਸ ਹੋਣਾ। ਚਾਚਾ ਜੀ, ਜਵਾਕ ਵਿਚਾਰੇ ਵੀ ਕੀ ਕਰਨ, ਕਿਹਦਾ ਕਿਤੇ ਨਾ ਚੇਤੇ ਰੱਖਣ। ਚੌਥੇ ਦਿਨ ਤਾਂ ਪ੍ਰਧਾਨ ਮੰਤਰੀ ਬਦਲ ਜਾਂਦਾ। ਕਲਾਸ ਵਿੱਚ ਡੀਓ ਨੇ ਆ ਕੇ ਪੁੱਛਿਆ ਸਵਾਲ ਕਿ ਆਪਣੇ ਪ੍ਰਧਾਨ ਮੰਤਰੀ ਦਾ ਨਾਂ ਦੱਸੋ। ਸਾਰੇ ਹੀ ਸੁਸਤਰੀ ਵਾਂਗੂ ਸੌਂਗੇ, ਪਿੱਛੇ ਖੜੇ ਮਾਸਟਰ ਦੀਆਂ ਲੱਤਾਂ ਕੰਬਣ। ਫਿਰ ਡੀਓ ਤੋਂ ਅੱਖ ਬਚਾ ਕੇ ਹੌਲੀ ਦੇ ਕੇ ਮਾਸਟਰ ਨੇ ਬਲੈਕ ਬੋਰਡ ਤੇ ਨਾਂ ਲਿਖਤਾ। ਅੱਛਾ। ਮੈਂ ਕਿਹਾ ਡੀਓ ਬੜਾ ਹੈਰਾਨ ਵੀ ਹੁਣੇ ਤਾਂ ਸਿਰ ਨਹੀਂ ਚੱਕਦੇ ਸੀ, ਐਡੀ ਜਲਦੀ ਕਿਹੜੀ ਵਾਇਰਲੈਸ ਆ ਗਈ ਜਿਹੜੇ ਸਾਰੇ ਬਾਹੂ ਝੰਡੇ ਤੋਂ ਵੀ ਉੱਚੇ ਹੱਥ ਕੱਢੀ ਫਿਰਦੇ ਆ। ਡੀਓ ਪੈ ਗਿਆ ਸੋਚਾਂ 'ਚ। ਮਾਸਟਰ ਕਹਿੰਦਾ ਧੰਤੂ ਨੂੰ ਤੂੰ ਦੱਸ ਵੀ ਧੰਤੂ ਪ੍ਰਧਾਨ ਮੰਤਰੀ ਦਾ ਨਾਂ ਕੀ ਆ? ਫਿਰ ਧੰਤੂ ਕੀ ਕਹਿੰਦਾ? ਕਹਿੰਦਾ ਜੀ 1 ਕਿਲੋਗ੍ਰਾਮ। ਡੀਓ ਕਹਿੰਦਾ ਕਾਕਾ ਮੈਂ ਪ੍ਰਧਾਨ ਮੰਤਰੀ ਦਾ ਨਾਂ ਪੁੱਛਿਆ, ਉਹਨਾਂ ਦਾ ਵਜਨ ਨਹੀਂ। ਕਹਿੰਦਾ ਜੀ ਪੱਕਾ 1 ਕਿਲੋਗ੍ਰਾਮ। ਡੀਓ ਨੇ ਵੱਟ ਕੇ ਮਾਰੀ ਚਪੇੜ। ਕਹਿੰਦਾ ਡੀਓ ਸਾਹਿਬ ਮਾਰੀ ਕਾਹਨੂੰ ਜਾਂਦੇ ਹੋ? ਮਾਸਟਰ ਜੀ ਨੇ ਗਲਤ ਥੋੜਾ ਲਿਖਿਆ ਬਲੈਕ ਬੋਰਡ ਤੇ। ਸਾਲੇ ਨੇ ਮਾਸਟਰ ਫਸਾਤਾ। ਡੀਓ ਮਾਸਟਰ ਦੁਆਲੇ। ਫਿਰ ਮਾਸਟਰ ਕੀ ਕਹਿੰਦਾ? ਮਾਸਟਰ ਕਹਿੰਦਾ ਡੀਓ ਸਾਹਿਬ ਕੀ ਕਰੀਏ, ਸਿਆਣੇ ਠੀਕ ਹੈ ਕਹਿ ਗਏ ਨੇ, ਇਹ ਵੀ ਜਿਹੜੀ ਨਕਲ ਆ ਉਹ ਵੀ ਅਕਲ ਨਾਲ ਹੀ ਵੱਜਦੀ ਆ। ਮੈਂ ਤਾਂ ਬਲੈਕ ਬੋਰਡ ਤੇ ਹੌਲੀ ਤੇ ਕੇ ਪ੍ਰਧਾਨ ਮੰਤਰੀ ਦਾ ਨਾਂ ਲਿਖਿਆ ਸੀ, ਸ਼ਾਰਟ ਫਾਰਮ 'ਚ IKG, ਯਾਨੀ ਕਿ ਇੰਦਰ ਕੁਮਾਰ ਗੁਜਰਾਲ। ਇਹ ਸਾਲਾ 1 ਕਿਲੋਗ੍ਰਾਮ ਹੀ ਪੜ੍ਹੀ ਜਾਂਦਾ। ਅੱਛਾ, IKG ਨੂੰ 1 kg ਪੜ ਗਿਆ। ਓਏ ਭਤੀਜ, ਪੜ੍ਹਾਈਆਂ ਤਾਂ ਹੁੰਦੀਆਂ ਸੀ ਸਾਡੇ ਜ਼ਮਾਨੇ 'ਚ, ਮਜਾਲ ਆ ਇੱਕ ਅੱਖਰ ਵੀ ਭੁੱਲ ਜੀਏ। ਅੱਛਾ। ਮੈਂ ਕਿਹਾ ਜੀ ਮਾਸਟਰ ਪਹਾੜੇ ਹੀ ਐਂ ਪੜਾਉਂਦਾ ਸੀ ਜਿਵੇਂ ਰੇਲ ਗੱਡੀ ਚੱਲਦੀ ਆ। ਕਿਵੇਂ? 1 ਦੂਣੀ 2 ਦੂਣੀ 4, 3 ਦੂਣੀ 6,
4 ਦੂਣੀ 8 ਮੈਂ ਕਿਹਾ ਮਾਟਰ ਨੂੰ ਵਿੱਚੋਂ ਹੀ ਟੋਕਣਾ ਪੈਂਦਾ ਸੀ, ਮਾਟਰ ਜਿਹੜਾ ਪਹਾੜਾ ਰੋਕਿਓ, ਕਿਉਂ? ਮੇਰਾ ਘਰ ਆ ਗਿਆ, ਮੈਂ ਇੱਥੇ ਹੀ ਉਤਰਨਾ। ਚਾਚਾ ਜੀ ਅਸੀਂ ਇਹ ਤਾਂ ਸੁਣਿਆ ਸੀ ਕਿ ਅੰਗਰੇਜ਼ਾਂ ਦੇ ਟਾਈਮ ਦੇ ਪੜ੍ਹੇ ਹੋਏ ਗੂੰਗੇ ਬੋਲਿਆਂ ਦੀ ਵੀ ਕਦਰ ਪੈਂਦੀ ਹੁੰਦੀ ਸੀ, ਪਰ ਤੁਹਾਨੂੰ ਨੌਕਰੀ ਕਿਉਂ ਨਹੀਂ ਮਿਲੀ? ਓਏ ਭਤੀਜ, ਕੌਮੀ ਭਾਸ਼ਾ ਤੋਂ ਥੋੜੀ ਮਾਰ ਖਾ ਗਿਆ, ਕਿਉਂਕਿ ਸੈਂਟਰ ਦੀ ਨੌਕਰੀ ਸੀ ਤੇ ਹਿੰਦੀ ਬਹੁਤ ਜ਼ਰੂਰੀ ਸੀ। ਫਿਰ ਤਾਂ ਇੰਟਰਵਿਊ 'ਚ ਹੀ ਝਾੜਤਾ ਹੋਣਾ। ਮੈਂ ਕਿਹਾ ਜਾਂਦੇ ਨੂੰ ਪਹਿਲਾਂ ਹੀ ਸਵਾਲ ਪੁੱਛਿਆ। आपको हिंदी आती है? अरे हिंदी के तो मैं वाट कर देता हूँ। क्या बोला? मैंने पूछा आपको हिंदी आती है? अरे हिंदी के तो मैं फाटे चक देता हूँ। अरे बाबा, फाटे फूटे नहीं चाकने, जो पूछा गया है वो बताओ। आपको हिंदी आती है? अरे हिंदी की तो मैं तूस निकाल देता हूँ। गेट आउट, आपको ये नौकरी नहीं मिल सकती। क्यों? तुम तो हिंदी की जाड़ वाटते हो। ਵਾਹ ਚਾਚਾ ਜੀ, ਤੁਹਾਨੂੰ ਤਾਂ ਜਿਹੜੀ ਆਉਂਦੀ ਸੀ ਉਹਦੀ ਵਿਚਾਰੇ ਦੀ ਹਿੰਦੀ ਖਰਾਬ ਕਰ ਆਏ। ਪਰ ਚਾਚਾ ਜੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਸਾਨੂੰ ਸਿੱਖਣੀ ਵੀ ਚਾਹੀਦੀ ਹੈ ਤੇ ਇਹਦੀ ਰਿਸਪੈਕਟ ਵੀ ਕਰਨੀ ਚਾਹੀਦੀ ਹੈ। ਓਏ ਬੀਬਾ, ਹਿੰਦੀ ਦਾ ਜਿੰਨਾ ਮਾਣ ਸਤਿਕਾਰ ਸਾਡੇ ਸਕੂਲ ਹੁੰਦਾ ਸੀ ਉਹਨਾਂ ਕਿਤੇ ਹੋਣਾ? ਕਿਉਂ, ਹੈਡਮਾਸਟਰ ਸ਼ਾਸਤਰੀ ਜੀ ਸੀ? ਓਏ ਹੈਡਮਾਸਟਰ ਸ਼ਾਸਤਰੀ ਜੀ ਨਹੀਂ ਸੀਗੇ, ਮੈਂ ਹੀ ਦੇਹਰਾਦੂਨ ਪੜ੍ਹਦਾ ਸੀ। ਕਿਉਂ, ਦੇਹਰਾਦੂਨ 'ਚ ਹਿੰਦੀ ਦੀ ਕੋਈ ਜ਼ਿਆਦਾ ਕਦਰ ਹੁੰਦੀ ਹੈ? ਓਏ ਕਮਲੀਏ, ਓਏ ਜਿਹੜੇ ਸਕੂਲ 'ਚ ਮਾਸਟਰ ਕੀ, ਹੈਡਮਾਸਟਰ ਕੀ, ਹੈਲਪਰ ਕੀ, ਚਪੜਾਸੀ ਕੀ, ਹਿੰਦੀ ਵਾਲੀ ਭੈਣ ਜੀ ਦੀ ਇੰਨੀ ਕਦਰ ਕਰਦੇ, ਹੁਣ ਉੱਥੇ ਹਿੰਦੀ ਦੀ ਨਹੀਂ ਕਰਨਗੇ? ਜਿਸ ਦਿਨ ਸਾਡੇ ਵਿੱਚ ਸਕੂਲ ਤੇ ਨਵੀਂ ਭੈਣ ਜੀ ਆਈ, ਕੱਲੇ ਕੱਲੇ ਮਾਸਟਰ ਨੂੰ ਉਸ ਹੈਲੋ ਆਣ ਬੁਲਾਈ। ਜਿਸ ਦਿਨ ਸਾਡੇ ਵਿੱਚ ਸਕੂਲ ਤੇ ਨਵੀਂ ਭੈਣ ਜੀ ਆਈ, ਕੱਲੇ ਕੱਲੇ ਮਾਸਟਰ ਨੂੰ ਉਸ ਹੈਲੋ ਆਣ ਬੁਲਾਈ। ਓਏ ਕੀ ਮਾਲੀ ਤੇ ਕੀ ਚੱਪੜਾ ਸੀ, ਕੀ ਮਾਲੀ ਤੇ ਕੀ ਚੱਪੜਾ ਸੀ, ਤੋਰੋ ਦੀ ਤੇ ਮਰਦੇ ਨੇ ਹਿੰਦੀ ਵਾਲੀ, ਨੀ ਹਿੰਦੀ ਵਾਲੀ, ਨੀ ਹਿੰਦੀ ਵਾਲੀ ਮੈਡਮ ਦੀ, ਉਹ ਹਿੰਦੀ ਵਾਲੀ ਮੈਡਮ ਦੀ। ਆਏ ਮਾਸਟਰ ਪੂਜਾ ਕਰਦੇ ਨੇ ਹਿੰਦੀ ਵਾਲੀ ਮੈਡਮ ਦੀ, ਮਾਸਟਰ ਪੂਜਾ ਕਰਦੇ ਨੇ ਹਿੰਦੀ ਵਾਲੀ, ਉਹ ਹਿੰਦੀ ਵਾਲੀ ਮੈਡਮ ਦੀ। ਹਾਏ ਸੈਂਸ ਸਮਾਜਿਕ ਵਾਲੇ ਟੀਚਰ ਕੱਪੜੇ ਬਦਲ ਕੇ ਪਾਉਂਦੇ, ਹਫ਼ਤੇ ਦੇ ਵਿੱਚ 9-10 ਵਾਰੀ ਕਲਪਦਾਰੀ ਨੂੰ ਲਾਉਂਦੇ। ਸੈਂਸ ਸਮਾਜਿਕ ਵਾਲੇ ਟੀਚਰ ਕੱਪੜੇ ਬਦਲ ਕੇ ਪਾਉਂਦੇ, ਹਫ਼ਤੇ ਦੇ ਵਿੱਚ 9-10 ਵਾਰੀ ਕਲਪਦਾਰੀ ਨੂੰ ਲਾਉਂਦੇ। ਓਏ ਮੈਂ ਸਾਲੇ ਪੱਟੇ ਨਮਸਕਾਰ ਦੇ, नमस्कार मास्टर जी। ਆਏ ਠੰਡੇ ਹੋ ਕੇ ਪਰਦੇ ਨੇ ਹਿੰਦੀ ਵਾਲੀ, ਨੀ ਹਿੰਦੀ ਵਾਲੀ, ਨੀ ਹਿੰਦੀ ਵਾਲੀ ਮੈਡਮ ਦੀ, ਉਹ ਹਿੰਦੀ ਵਾਲੀ ਮੈਡਮ ਦੀ। ਹਾਏ ਗਿਆਨੀ ਜੀ ਪੂਜਾ ਕਰਦੇ ਨੇ ਕਾਖਾ ਵਾਲੀ ਮੈਡਮ ਤੇ, ਕੂੜਾ ਰਗੜੀ ਵਾਲੇ ਮਰਦੇ ਨੇ ਕਾਖਾ ਵਾਲੀ, ਨੀ ਕਾਖਾ ਵਾਲੀ ਮੈਡਮ ਤੇ। ਹਾਏ ਡੀਪੀ ਮਾਸਟਰ ਤੇ ਪੀਟੀ ਵਾਲੇ ਨੂੰ ਚੜ ਗਈ ਇਸ਼ਕ ਖਮਾਰੀ, ਸ਼ਰੇਆਮ ਹੀ ਖੜੇ ਗੇਟ ਤੇ ਜਾਣ ਸੀਟੀਆਂ ਮਾਰੀ। ਡੀਪੀ ਮਾਸਟਰ ਤੇ ਪੀਟੀ ਵਾਲੇ ਨੂੰ ਚੜ ਗਈ ਇਸ਼ਕ ਖਮਾਰੀ, ਸ਼ਰੇਆਮ ਹੀ ਖੜੇ ਗੇਟ ਤੇ ਜਾਣ ਸੀਟੀਆਂ ਮਾਰੀ। ਹੋਏ ਨਾ ਨਹੀਂ ਲੈਂਦੇ ਇੰਗਲਿਸ਼ ਵਾਲੇ, ਇੰਗਲਿਸ਼ ਵਾਲੇ ਨਾ ਨਹੀਂ ਲੈਂਦੇ, ਸਵੀਟੀ ਸਵੀਟੀ ਕਰਦੇ ਨੇ ਹਿੰਦੀ ਵਾਲੀ, ਨੀ ਹਿੰਦੀ ਵਾਲੀ, ਨੀ ਹਿੰਦੀ ਵਾਲੀ ਮੈਡਮ ਤੇ, ਉਹ ਹਿੰਦੀ ਵਾਲੀ ਮੈਡਮ ਤੇ। ਹਾਏ ਕੌਡੀ ਵਾਲੇ ਮਰਦੇ ਨਖਰਿਆਂ ਪਿੱਟੀ ਨੂੰ, ਸਾਵਧਾਨ ਵੀ ਸ਼ਰਮ ਕਰਦੇ ਹੈ ਨਖਰੋ, ਹਾਏ ਨਖਰੋ ਮੈਡਮ ਨੂੰ। ਹਾਏ ਨਵਾਂ ਡਰੇਂਗੀਆ ਵੀ ਉਸੇ ਤੇ ਰਹਿੰਦਾ ਚਾਕ ਕਸਾਉਂਦਾ, ਕੁਰਸੀ ਉੱਤੇ ਬੈਠੀ ਦੀ ਨਿਤ ਫੋਟੋ ਰਹੇ ਬਣਾਉਂਦਾ। ਨਵਾਂ ਡਰੇਂਗੀਆ ਵੀ ਉਸੇ ਤੇ ਰਹਿੰਦਾ ਚਾਕ ਕਸਾਉਂਦਾ, ਕੁਰਸੀ ਉੱਤੇ ਬੈਠੀ ਦੀ ਨਿਤ ਫੋਟੋ ਰਹੇ ਬਣਾਉਂਦਾ। ਹਾਏ ਬੱਚੇ
ਬੱਚੇ ਭੁੱਲ ਗਏ ਕੌਣ ਬਣਾਉਣੇ, ਭੁੱਲ ਗਏ ਬੱਚੇ ਕੌਣ ਬਣਾਉਣੇ, ਮਾਪੇ ਆ ਲੜਦੇ ਨਹੀਂ ਹਿੰਦੀ ਵਾਲੀ, ਹਾਏ ਹਾਏ ਹਿੰਦੀ ਵਾਲੀ, ਹਾਏ ਹਾਏ ਹਿੰਦੀ ਵਾਲੀ ਮੈਡਮ ਦੀ, ਹਾਏ ਹਾਏ ਉਹ ਹਿੰਦੀ ਵਾਲੀ ਮੈਡਮ ਦੀ, ਹਾਏ 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 ਬਦਲੀ ਦੀ ਗੱਲ ਕਰਦੇ ਨੇ ਚਿੱਠੀਆਂ ਲਿਖ ਲਿਖ ਕੇ, ਡੀਓ ਦੇ ਕੰਨ ਭਰਦੇ ਅਰਜ਼ੀਆਂ ਅਰਜ਼ੀਆਂ ਲਿਖ ਲਿਖ ਕੇ, ਹਾਏ ਜਿਸ ਦਿਨ ਹੋ ਗਈ ਬਦਲੀ ਉਹਦੀ ਸੋਗ ਸਕੂਲ ਚ ਪੈ ਗਿਆ, ਫਿਰ ਤਾਂ ਪੂਰੀ ਮੰਡ ਮਨਿਸਟਰ ਆ ਸੱਥਰ ਤੇ ਬਹਿ ਗਿਆ, ਜਿੱਦਣ ਹੋ ਗਈ ਬਦਲੀ ਉਹਦੀ ਸੋਗ ਸਕੂਲ ਚ ਪੈ ਗਿਆ, ਫਿਰ ਤਾਂ ਪੂਰੀ ਮੰਡ ਮਨਿਸਟਰ ਆ ਸੱਥਰ ਤੇ ਬਹਿ ਗਿਆ, ਓਏ ਮੈਡਮ ਸਾਡੀ ਅਸੀਂ ਮੈਡਮ ਦੇ ਮੈਡਮ ਸਾਡੀ, ਅਫਸਰ ਕਿਉਂ ਨਹੀਂ ਝੜਦੇ ਤੂੰ ਹਿੰਦੀ ਵਾਲੀ ਨੀ ਹਿੰਦੀ ਵਾਲੀ, ਉਹ ਹਿੰਦੀ ਵਾਲੀ ਮੈਡਮ ਦੀ, ਹਾਏ 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 ਇੱਕ ਵਾਰੀ ਮੈਡਮ ਦੀ, ਹਾਏ 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 ਬਦਲੀ ਕੈਂਸਲ ਕਰਦੇ ਨਿਮਾਣੇ ਦੁਖੀਆਂ ਦੀ, ਖਾਲੀ ਝੋਲੀ ਭਰਦੇ ਨਿਮਾਣੇ ਦੁਖੀਆਂ ਦੀ, ਹਾਏ ਹੋ ਲੱਡੂ ਵੰਡੋ ਪੇੜੇ ਵੰਡੋ, ਵੰਡ ਦਿਓ ਪਿੰਡ ਵਿੱਚ ਬਰਫੀ, ਓਏ ਜੀਆ ਮੰਤਰੀ ਜੀ, ਮੈਂ ਹਿੰਦੀ ਵਾਲੀ ਮੈਡਮ ਦੀ, ਹਾਏ ਹਾਏ ਮੈਂ ਹਿੰਦੀ ਵਾਲੀ ਮੈਡਮ ਦੀ, ਹਾਏ ਹਾਏ ਜਾਓ ਬਦਲੀ ਕੈਂਸਲ ਕਰਤੀ ਮੈਂ ਹਿੰਦੀ ਵਾਲੀ ਮੈਡਮ ਦੀ, ਬਦਲੀ ਕੈਂਸਲ ਕਰਤੀ ਮੈਂ ਹਿੰਦੀ ਵਾਲੀ ਮੈਡਮ ਦੀ, ਬਦਲੀ ਕੈਂਸਲ ਕਰਤੀ ਮੈਂ ਹਿੰਦੀ ਵਾਲੀ ਮੈਡਮ ਦੀ, ਬਦਲੀ cancel- ਵਾਹ ਚਾਚਾ ਜੀ ਵਾਹ। ਐਵੇਂ ਨਹੀਂ ਕਿਸੇ ਨੇ ਕਿਹਾ, ਵੇਲਾ ਮਨ ਸ਼ੈਤਾਨ ਦੀ ਟੂਟੀ। ਕਿਉਂ ਵੇਲੇ ਨੂੰ ਤੇਰੇ ਘਰੋਂ ਛਕਣ ਜਾਈਦਾ? ਓਹੋ, ਮੇਰੇ ਕਹਿਣ ਤੋਂ ਮਤਲਬ ਇਹ ਸੀ ਕਿ ਜੇ ਬੰਦਾ ਕਿਤੇ ਆਰੇ ਲੱਗਿਆ ਹੋਵੇ ਤਾਂ ਹੋਰ ਕੰਮਾਂ ਵੱਲ ਧਿਆਨ ਨਹੀਂ ਜਾਂਦਾ। ਆਰੇ ਲੱਗੀਏ ਚਾਹੇ ਨਾ ਲੱਗੀਏ ਬੀਬਾ, ਪਰ ਭੁੱਖੇ ਨਹੀਂ ਮਰਦੇ। ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਗਿਆ, ਪਤਾ ਕੀ ਹੋਇਆ? ਹੋਣਾ ਕੀ ਆ, ਸੇਵਾ ਹੋਈ ਹੋਣੀ ਆ। ਸੇਵਾ ਜੀ ਸੇਵਾ, ਜਾਂਦਿਆਂ ਹੀ ਮੰਜੀ ਡਾਹਤੀ ਨਿੰਮ ਥੱਲੇ, ਸਾਲੀ ਮੇਰੀ ਪੱਖਾ ਚੱਲੇ, ਸੱਸ ਮੇਰੀ ਫੁਲਕਾ ਘੱਲੇ, ਸਹੁਰਾ ਪੁੱਛੇ ਹੋਰ ਲਿਆਈਏ ਭੱਲੇ। ਫਿਰ ਤਾਂ ਆਪੇ ਹੋਣੀ ਸੀ ਬੱਲੇ ਬੱਲੇ। ਮੈਂ ਕਿਹਾ ਖਾਣਾ ਛਕਦੇ ਦਾ ਸਿੱਧਾ ਧਿਆਨ ਗਿਆ ਸਾਲੀ ਤੇ ਨਹੀਂ ਥਾਲੀ ਤੇ, ਉੱਪਰ ਲਿਖਿਆ ਹੋਇਆ ਗੁਰਦੁਆਰਾ ਸਿੰਘ ਸਭਾ ਬਠਿੰਡਾ। ਮੈਂ ਸੋਚਿਆ ਬਈ ਵਿਆਹ ਨੂੰ ਗੁਰਦੁਆਰਿਓਂ ਭਾਂਡਿਆਂ ਦੀ ਬੇਲ ਲਿਆਂਦੀ ਹੋਣੀ ਆ, ਜੇ ਮੋੜੀ ਨਹੀਂ ਹੋਣੀ। ਡੂਢ ਮਹੀਨੇ ਬਾਅਦ ਫੇਰ ਸਹੁਰੇ ਗਿਆ, ਰੋਟੀ ਆਈ, ਧਿਆਨ ਗਲਾਸ ਤੇ ਗਿਆ, ਉੱਪਰ ਫੇਰ ਲਿਖਿਆ ਹੋਇਆ ਗੁਰਦੁਆਰਾ ਸਿੰਘ ਸਭਾ ਬਠਿੰਡਾ। ਮੈਂ ਸੋਚਿਆ ਵੀ ਚਲੋ ਘਰੇ ਇੱਕ ਅੱਧਾ ਭਾਂਡਾ ਗਲਤੀ ਨਾਲ ਰਹਿ ਗਿਆ ਹੋਣਾ ਬੇਲ ਚੋਂ, ਪਰ ਜਦੋਂ ਤੀਜੇ ਮਹੀਨੇ ਫੇਰ ਗਿਆ, ਫੇਰ ਕੌਲੀ ਤੇ ਲਿਖਿਆ ਵੇਖਿਆ ਗੁਰਦੁਆਰਾ ਸਿੰਘ ਸਭਾ ਬਠਿੰਡਾ। ਫੇਰ ਭਤੀਜ ਮੈਥੋਂ ਰਿਹਾ ਨਾ ਗਿਆ। ਫੇਰ ਮੈਂ ਆਪਣੇ ਸਹੁਰਾ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਤੁਹਾਡੇ ਘਰੇ ਆਪਣਾ ਕੋਈ ਭਾਂਡਾ ਨਹੀਂ ਜਿਹੜੀ ਹਰ ਵਾਰੀ ਮੈਨੂੰ ਗੁਰਦੁਆਰੇ ਦੇ ਭਾਂਡਿਆਂ 'ਚ ਰੋਟੀ ਖਿਲਾਈ ਜਾਂਦੇ ਹੋ? ਫਿਰ ਸਹੁਰਾ ਸਾਹਿਬ ਕੀ ਕਹਿੰਦੇ? ਉਹ ਕਹਿੰਦੇ ਪੁੱਤਰਾ ਤੂੰ ਕੱਲੇ ਭਾਂਡਿਆਂ ਦੀ ਗੱਲ ਕਰਦਾ, ਅਸੀਂ ਤਾਂ ਰੋਟੀਆਂ ਗੁਰਦੁਆਰਿਓਂ ਲਿਆਈ ਦੀ ਆ। ਸੋ ਬੀਬਾ ਸਾਡੇ ਖਾਨਦਾਨ ਉੱਪਰ ਵਾਲੇ ਦੀ ਬੜੀ ਕਿਰਪਾ, ਅਸੀਂ ਆਰੇ ਲੱਗੀਏ ਚਾਹੇ ਨਾ ਲੱਗੀਏ ਪਰ ਭੁੱਖੇ ਨਹੀਂ ਮਰਦੇ। ਚਾਚਾ ਜੀ ਇਹ ਤਾਂ ਬੜੀ ਅੱਛੀ ਗੱਲ ਆ। ਵੈਸੇ ਵੀ ਗੁਰੂ ਕਾ ਲੰਗਰ ਤਾਂ ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ, ਪਰ ਗੁਰੂ ਸਾਹਿਬ ਇਹ ਵੀ ਕਹਿ ਗਏ ਨੇ ਕਿ ਬੰਦੇ ਨੂੰ ਆਪ ਵੀ ਦਸਾਂ ਨੌਂ ਦੀ ਕਿਰਤ ਕਰਨੀ ਚਾਹੀਦੀ ਆ। ਓਏ ਹੁਣ ਇਸ ਵੇਲੇ ਦੱਸੋ ਬੁਢਾਪੇ 'ਚ ਤੁਸੀਂ ਮੇਥੋਂ ਕਿਹੜੀ ਕਿਰਤ ਕਰਾਉਣੀ ਚਾਹੁੰਦੇ ਹੋ? ਥੋੜੇ ਕੰਮ ਨੇ, ਕੋਈ ਮਨਿਆਰੀ ਦੀ ਹੱਟੀ ਖੋਲ ਲੋ, ਪੰਸਾਰੀ ਦੀ ਖੋਲ ਲੋ। ਇਹ ਕਦੋਂ ਤੱਕ ਗੱਲਾਂ ਦੀ ਖੱਟੀ ਖਾਈ ਜਾਓਗੇ? ਹੱਟੀ ਦੀ ਗੱਲ ਸੁਣ ਲੈ ਬੀਬਾ, ਕੇਰਾ ਆਪਣਾ ਬੇਗਮਪੁਰੀਆ ਜੋਗਾ ਜੱਟ, ਜੋਗਾ ਜੱਟ, ਆ ਦਾਰਾਪੁਰੀਏ ਤਰਜਿੰਦਰ ਦਾ ਬੇਲੀ, ਅੱਛਾ ਅੱਛਾ। ਪੰਸਾਰੀ ਦੀ ਦੁਕਾਨ ਤੇ ਸੌਦਾ ਲੈਣ ਗਿਆ ਤੇ ਗਾਹਾਂ ਜਾਂਦਿਆਂ ਨੂੰ ਇੱਕ ਜਨਾਨੀ ਸੌਦਾ ਮੰਗੇ। ਬੇ ਭਾਈ ਲਸਕ ਸਾਬਣ ਹੈ? ਆ ਲਕਸ ਤਾਂ ਹੈ ਨੀ ਬੀਬੀ, ਤੂੰ ਰਕਸੋਨਾ ਲੈ ਜਾ। ਆ ਚੱਲ ਰਸਕੋਨਾ ਦੇ ਦੇ। ਆ ਕਾਲਾ ਗੇਟ ਹੈ? ਉਹ ਬੀਬੀ ਕੋਲਗੇਟ ਤਾਂ ਮੁੱਕਿਆ ਹੋਇਆ, ਤੂੰ ਕਲੋਜ਼ਅਪ ਲੈ ਜਾ। ਚੱਲ ਉਹ ਹੀ ਦੇ ਦੇ। ਆ ਲਿਪਟਨ ਦੀ ਚਾਹ ਹੈ? ਵੈਸੇ ਤਾਂ ਬੀਬੀ ਜੇ ਤੈਨੂੰ ਹੈਗੀ ਆ ਤਾਂ ਆਪਾਂ ਨੂੰ ਵੀ ਕੋਈ ਇਤਰਾਜ਼ ਨਹੀਂ, ਪਰ ਟਾਟਾ ਦੀ ਹੈਗੀ ਆ। ਚੱਲ ਪੀਣੀ ਆ, ਟਾਟਾ ਹੀ ਦੇ ਦੇ। ਲਓ ਜੀ, ਜਨਾਨੀ ਸੌਦਾ ਲੈ ਕੇ ਆਉਗੀ ਜੋਗਾ ਜੱਟ ਸੋਚਾਂ 'ਚ ਪੈ ਗਿਆ ਬਈ ਬਾਣੀਆਂ ਬੜਾ ਸ਼ੈਤਾਨ ਆਈ ਆ, ਜਿਹੜਾ ਸੌਦਾ ਉਹਨੇ ਮੰਗਿਆ ਨਹੀਂ ਪਤੰਦਰ ਉਹ ਵੀ ਵੇਚ ਗਿਆ। ਇਹਦੇ ਕਿ ਤਾਂ ਸੁਧੀ ਕਮਾਈ ਆ ਤਾਂ ਕੰਮ ਹੀ ਵਾਲਾ ਵਧੀਆ। ਉਹਨੇ ਵੀ ਛੱਡ ਕੇ ਖੇਤੀ ਮਕਰੀ ਪੰਸਾਰੀ ਦੀ ਹੱਟੀ ਖੋਲ ਲਈ। ਫੇਰ ਕੀ ਜਿਸ ਕਾ ਕਾਮ ਉਸੀ ਕੋ ਸਾਜੇ। ਉਹੀ ਜਨਾਨੀ ਆਈ ਸੌਦਾ ਲੈਣ। ਬੇ ਭਾਈ ਖੰਡ ਹੈ? ਫਿਰ ਜੋਗਾ ਕੀ ਕਹਿੰਦਾ? ਕਹਿੰਦਾ ਬੀਬੀ ਖੰਡ ਤਾਂ ਹੈ ਨਹੀਂ, ਤੂੰ ਪਟਾਕੇ ਲੈ ਜਾ। ਪੁੱਛਣ ਵਾਲਾ ਹੋਵੇ ਭਲੇ ਮਾਨਸ ਨੂੰ ਵੀ ਭੂੰਡ ਪਟਾਕੇ ਉਹਨੇ ਚਾਹ 'ਚ ਪਾਉਣੇ ਆ, ਤੂੰ ਸਿੱਧਾ ਕਹਿ ਭਾਈ ਖੰਡ ਹੈ ਨਹੀਂ, ਗੁੜ ਲੈ ਜਾ। ਪਰ ਚਾਚਾ ਜੀ ਸਭ ਕੁਝ ਤਜਰਬੇ ਨਾਲ ਹੀ ਆਉਂਦਾ, ਬੰਦਾ ਹੌਲੀ ਹੌਲੀ ਸਿੱਖਦਾ। ਪੂਰਾ ਸਾਲ ਹੋ ਗਿਆ ਸੀ ਉਹਨੂੰ ਹੱਟੀ ਖੋਲੀ ਨੂੰ, ਅਜੇ ਤੱਕ ਤਾਂ ਕੁਝ ਸਿੱਖਿਆ ਨਹੀਂ। ਹਾਂ ਲਾਲੇ ਨੂੰ ਗਾਲਾਂ ਕੱਢਣੀਆਂ ਜ਼ਰੂਰ ਸਿੱਖ ਗਿਆ ਸੀ ਸ਼ਾਮ ਸਵੇਰੇ। ਉਹ ਕਿਉਂ? ਉਹ ਕੋਈ ਗਾਹ ਕੇ ਨਾ ਚੜਿਆ ਕਰੇ ਉਹਦੀ ਹੱਟੀ। ਇੱਕ ਦਿਨ ਆ ਕੇ ਮੈਨੂੰ ਕਹਿੰਦਾ ਚਾਚਾ ਚਤਰ ਸਿਆ, ਅੱਜ ਜਿੱਦਣ ਤੇ ਪੜਾਕੇ ਲਿਆਉਣ ਵਾਲੀ ਗੱਲ ਕੀਤੀ ਆ ਕੋਈ ਜਨਾਨੀਆਂ ਨਹੀਂ ਆਉਂਦੀ ਸੌਦਾ ਲੈਣ।
ਕੋਈ ਐਸੀ ਚਤਰਾਈ ਦੱਸ ਕਿ ਬਾਣੀਏ ਦੇ ਸਾਰੇ ਗਾਹਕ ਟੁੱਟ ਕੇ ਸਿੱਧੇ ਮੇਰੇ ਲੱਗ ਜਾਣ। ਫਿਰ ਤੁਸੀਂ ਕੀ ਰਾਏ ਦਿੱਤੀ? ਮੈਂ ਕਿਹਾ ਕਮਲਿਆ, ਗਾਹਕ ਤਾਂ ਤੇਰੇ ਤਾਂ ਹੀ ਆਉਣਗੇ ਜੇ ਉਹਨਾਂ ਨੂੰ ਪਤਾ ਲੱਗੂ ਵੀ ਤੇਰੀ ਦੁਕਾਨ ਤੇ ਬੰਦ ਬੋਰੀਆਂ 'ਚ ਸੌਦਾ ਪੱਤਾ ਕੀ ਆ। ਕਿਸੇ ਨੂੰ ਸੁਪਨਾ ਥੋੜਾ ਆਉਂਦਾ। ਤੂੰ ਸਵੇਰੇ ਉੱਠ ਕੇ ਬੋਰੀਆਂ ਦੇ ਮੂੰਹ ਖੋਲ ਕੇ ਉਹਨਾਂ ਦੇ ਕਿਨਾਰੇ ਅੱਧ ਤੱਕ ਮੋੜ ਕੇ ਦਾਲਾਂ ਦੀਆਂ ਧਾਂਕਾਂ ਲਾ ਕੇ ਰੱਖਿਆ ਕਰ। ਫੇਰ ਕੀ, ਜੋਗਾ ਉੱਠ ਖੜਿਆ ਤੜਕੇ ਹੀ ਮੂੰਹ ਨੇਰੇ ਲੱਗ ਗਿਆ ਬੋਰੀਆਂ ਦੇ ਮੂੰਹ ਖੋਲ ਕੇ ਸਰੋਂ ਦੇ ਤੇਲ ਨਾਲ ਦਾਲਾਂ ਨੂੰ ਚੋਪਣ। ਪੱਟੂਏ ਲਾਤੀਆਂ ਉੱਚੀਆਂ ਉੱਚੀਆਂ ਢੇਰੀਆਂ, ਕਦੇ ਮੂੰਗੀ ਦੀ ਢੇਰੀ ਤੇ ਹੱਥ ਫੇਰ ਦਿਆ ਕਰੇ, ਕਦੇ ਮਾਹਾਂ ਤੇ, ਕਦੇ ਮਸਰਾਂ ਤੇ ਕਦੇ ਮਿਰਚਾਂ ਤੇ। ਮੈਂ ਕਿਹਾ ਜੀ ਦਾਲਾਂ ਐਂ ਚਮਕਣ ਜਿਵੇਂ ਚੈਰੀ ਬਲੋਜਮ ਕੀਤਾ ਹੁੰਦਾ। ਫੇਰ ਕੀ, ਮਿਰਚਾਂ ਦੀ ਢੇਰੀ ਤੇ ਹੱਥ ਫੇਰਦੇ ਫੇਰਦੇ ਨੂੰ ਅਚਾਨਕ ਜ਼ੋਰ ਪੈ ਗਿਆ। ਕਾਹਦਾ ਜ਼ੋਰ? ਜੰਗਲ ਪਾਣੀ ਦਾ। ਅੱਛਾ ਫੇਰ? ਬਈ ਉਹ ਮੇਰੇ ਵਰਗਾ ਭੁਲੱਕੜ ਕਿਤੇ ਮਿਰਚਾਂ ਵਾਲੇ ਹੱਥ ਧੋਣੇ ਭੁੱਲ ਗਿਆ। ਅੱਛਾ ਫੇਰ? ਬਈ ਬੱਲੇ ਬੱਲੇ ਬੱਲੇ। ਉਦੋਂ ਬਾਅਦ ਗਾਹਕ ਤਾਂ ਆ ਕੇ ਉਹਦੀ ਦੁਕਾਨ ਤੇ ਬਹਿ ਗਏ, ਪਰ ਪਿਓ ਦੇ ਪੁੱਤ ਤੋਂ 1 ਮਿੰਟ ਵੀ ਗੱਦੀ ਤੇ ਟੇਕੇ ਨਾ ਬੈਠਿਆ ਜਾਵੇ। ਕਿਉਂ? ਓਏ ਗਾਵਲਿਆ, ਜਿਹਦੇ ਚਲੂਣੇ ਲੜਦੇ ਹੁਣ ਉਹ ਤਾਂ ਟੇਕੇ ਬੈਠ ਹੁੰਦਾ। ਕਦੇ ਸੱਜੇ ਨੂੰ ਟਪੂਸੀ ਮਾਰੇ, ਕਦੇ ਖੱਬੇ ਨੂੰ, ਕਦੇ ਪਿੱਛੇ ਨੂੰ ਤੇ ਕਦੇ ਮੂਹਰੇ ਨੂੰ, ਕਦੇ ਉੱਪਰ ਨੂੰ ਤੇ ਕਦੇ ਥੱਲੇ ਨੂੰ। ਇੱਕ ਜਨਾਨੀ ਆਈ ਸੌਦਾ ਲੈਣ, ਕਹਿੰਦੀ ਵੇ ਭਾਈ ਮੂੰਗੀ ਕੀ ਭਾਅ ਲਾਈ ਆ? ਟਪੂਸੀ ਜੀ ਮਾਰ ਕੇ ਕਹਿੰਦਾ ਬੀਬੀ 25 ਰੁਪਏ ਕਿਲੋ। ਨਾ ਮਾਂ ਕੀ ਭਾਅ ਲਾਏ ਨੇ? ਕਹਿੰਦਾ 26 ਰੁਪਏ ਕਿਲੋ। ਕਹਿੰਦੀ ਮਸਰ ਕੀ ਭਾਅ ਲਾਏ ਨੇ? ਬੀਬੀ 24 ਰੁਪਏ ਕਿਲੋ। ਕਹਿੰਦੀ ਮਿਰਚਾਂ ਕਿਵੇਂ ਲਾਈਆਂ? ਫਿਰ ਕੀ ਕਹਿੰਦਾ ਜੋਗਾ? ਕਹਿੰਦਾ ਤੈਂ ਕੀ ਲੈਣਾ, ਜਿਵੇਂ ਮਰਜ਼ੀ ਲਾਈਆਂ ਹੋਣ। ਤੈਂ ਕੀ ਲੈਣਾ, ਜਿਵੇਂ ਮਰਜ਼ੀ ਲਾਈਆਂ ਹੋਣ। ਤੈਂ ਕੀ ਲੈਣਾ, ਜਿਵੇਂ ਮਰਜ਼ੀ ਲਾਈਆਂ ਹੋਣ। ਵਾਕਈ ਚਾਚਾ ਜੀ, ਤਜਰਬੇ ਬਿਨਾਂ ਨਹੀਂ ਦੁਕਾਨਦਾਰੀ ਹੁੰਦੀ। ਪਰ ਜੇ ਬੰਦਾ ਸੱਚੇ ਦਿਲੋਂ ਕੰਮ ਸਿੱਖੇ ਤਾਂ ਹੌਲੀ ਹੌਲੀ ਤਜਰਬਾ ਆ ਹੀ ਜਾਂਦਾ ਹੈ। ਓਏ ਬੀਬਾ, ਜਿਹਨੂੰ ਤਜਰਬਾ ਹੁੰਦਾ ਉਹਨੂੰ ਤਾਂ ਸਿਰ ਚੜ ਬੋਲਦਾ। ਪਿੱਛੇ ਜੇ ਹਰਨਾਮ ਸਿੰਘ ਦੀ ਮਰ ਗਈ ਬੁੜੀ, ਸਾਰਾ ਪਿੰਡ ਫਕਾਉਣ ਗਿਆ, ਨਾਲ ਹੀ ਚਲਿਆ ਗਿਆ ਮਿਸਤਰੀਆਂ ਕਾ ਗੁਰਮੀਤ। ਆ ਮੋਗੇ ਵਾਲਾ ਹਕਲਾ? ਆਹੋ, ਉਧਰ ਤਾਂ ਬੁੜੀ ਦੇ ਲੱਕੜਾਂ ਚਿੰਡ ਤੇ ਇਧਰ ਪਤੰਦਰ ਇੱਕ ਅੱਖ ਜੀ ਬੰਦ ਕਰਕੇ ਕੋਡਾ ਜਿਹਾ ਹੋ ਕੇ ਕਦੇ ਸਰਾਣੀ ਆ ਕੇ ਖੜ ਜਵੇ, ਕਦੇ ਪੈਰੀਂ ਆ ਕੇ ਖੜ ਜਵੇ। ਮੈਂ ਮਾਰੀ ਕੂਣੀ, ਮੈਂ ਕਿਹਾ ਜ਼ਾਲਾ ਜੁੱਤੀਆਂ ਖਾਣੀਆਂ, ਮਰੀ ਪਈ ਬੁੜੀ ਨੂੰ ਅੱਖਾਂ ਮਾਰੀ ਜਾਂਦਾ। ਫੇਰ ਕੀ ਕਹਿੰਦਾ? ਕਹਿੰਦਾ ਚਾਚਾ ਅੱਖਾਂ ਨਹੀਂ ਮਾਰ ਰਿਹਾ, ਇਹਨਾਂ ਨੂੰ ਸਮਝਾਓ ਕਿ ਲੱਕੜਾਂ ਤਾਂ ਗੁਣੀਆਂ 'ਚ ਕਰ ਲਓ। ਅੱਛਾ, ਉਹ ਆਪਣੇ ਪ੍ਰੋਫੈਸ਼ਨ ਮੁਤਾਬਕ ਗੱਲ ਕਰਦਾ ਹੋਣਾ। 30 ਦਿਨ ਗਏ ਫੁੱਲ ਚੁਗਣ, ਜਾ ਕੇ ਕੀ ਵੇਖਦੇ ਆ? ਦੂਰ ਕਿਸੇ ਸਿਵੇ ਤੇ ਇੱਕ 30-32 ਸਾਲ ਦੀ ਖੂਬਸੂਰਤ ਔਰਤ ਗੜਬੀ ਭਰੇ ਪਾਣੀ ਦੀ ਲਿਆ ਕੇ ਸਿਵੇ ਤੇ ਚੜਾ ਦੇ, ਫੇਰ ਗੜਬੀ ਲਿਆਵੇ, ਫੇਰ ਚੜਾ ਦੇਵੇ। ਮੈਂ ਪੈ ਗਿਆ ਸੋਚਾਂ 'ਚ, ਬਈ ਸਤਯੁਗ 'ਚ ਸਤੀ ਪ੍ਰਥਾ ਤਾਂ ਬੜੀ ਸੋਹਣੀ ਆ ਕਲਯੁਗ 'ਚ ਜਲ ਪ੍ਰਥਾ ਪਹਿਲੀ ਵਾਰੀ ਵੇਖ ਰਿਹਾ। ਮੇਥੋਂ ਉਹਦੀ ਸ਼ਰਧਾ ਵੇਖ ਕੇ ਰਿਹਾ ਨਾ ਗਿਆ। ਮੈਂ ਕੋਲ ਜਾ ਕੇ ਪੁੱਛਿਆ, ਬੀਬੀ ਮੰਨਦਿਆਂ ਤੇਰਾ ਆਪਣੇ ਪਤੀ ਨਾਲ ਅਥਾਹ ਪਿਆਰ ਹੋਣਾ, ਪਰ ਤੂੰ ਉਹਦਾ ਇਜ਼ਹਾਰ ਕਿਸੇ ਹੋਰ ਤਰੀਕੇ ਨਾਲ ਵੀ ਕਰ ਸਕਦੀ ਸੀ, ਪਰ ਆ ਪਾਣੀ ਪਾਉਣ ਵਾਲੀ ਗੱਲ ਮੈਂ ਪਹਿਲੀ ਵਾਰੀ ਵੇਖ ਰਿਹਾ। ਫੇਰ ਕੀ ਕਹਿੰਦੀ? ਉਹ ਕਹਿੰਦੀ, ਜੀ ਮੈਂ ਤਾਂ ਲੱਗੀਆਂ ਤੇ ਬੋਲ ਪਗਾਉਣੀ ਆ, ਜੋ ਪਤੀ ਨਾਲ ਵਾਅਦਾ ਕੀਤਾ ਸੀ ਸਮਝੋ ਉਹੀਓ ਨਿਭਾਉਣੀ ਆ। ਮੈਂ ਸੋਚਾਂ ਵੀ ਪਤੀ ਨੇ ਕੀ ਉੱਠ ਕੇ ਤੇ ਝੋਨਾ ਲਾਉਣਾ ਜਿਹੜਾ ਸਵਾਹ 'ਚ ਪਾਣੀ ਪਾ ਕੇ ਕੱਦੂ ਕਰੀ ਜਾਨੀ ਆ। ਪਰ ਚਾਚਾ ਜੀ, ਪਾਣੀ ਪਾਣ ਦਾ ਕੋਈ ਮੰਤਵ ਤਾਂ ਹੋਣਾ ਹੈ। ਇਹੀ ਗੱਲ ਉਹਨੂੰ ਮੈਂ ਪੁੱਛੀ ਕਿ ਬੀਬਾ ਤੇਰਾ ਪਤੀ ਇਹ ਕਹਿ ਕੇ ਗਿਆ ਸੀ ਕਿ ਬਾਅਦ ਚ ਆ ਕੇ ਸਿਵੇ ਤੇ ਪਾਣੀ ਪਾਉਂਦੀ ਰਹੀ? ਕਹਿੰਦੀ ਜੀ ਨਹੀਂ, ਉਹ ਤਾਂ ਇਹ ਕਹਿ ਕੇ ਗਏ ਸੀ ਕਿ ਮੇਰੇ ਨਾਲ ਵਾਅਦਾ ਕਰ, ਤੂੰ ਉਦੋਂ ਤੱਕ ਦੂਜਾ ਵਿਆਹ ਨਹੀਂ ਕਰਾਏਂਗੀ। ਕਦੋਂ ਤੱਕ? ਜਦੋਂ ਤੱਕ ਮੇਰੇ ਸਿਵੇ ਦੀ ਅੱਗ ਠੰਡੀ ਨਹੀਂ ਹੁੰਦੀ। ਚਾਚਾ ਜੀ, ਨੀਲੂ ਨੇ ਤੁਹਾਨੂੰ ਕੰਮ ਕਰਨ ਦੀ ਮਾੜੀ ਸਲਾਹ ਕੀ ਦਿੱਤੀ? ਤੁਸੀਂ ਤਾਂ ਲਾਗੇ ਤੋੜੇ ਜਨਾਨੀਆਂ ਝਾੜਤਾ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਇਹੀ ਤਾਂ ਬੇਵਸੀ ਔਰ ਆਜ਼ਾਦੀ। ਜਨਾਨੀ ਮਰ ਜਾਵੇ ਤਾਂ ਆਦਮੀ ਦੂਏ ਦਿਨ ਵਿਆਹ ਕਰਾ ਲੈਂਦਾ ਹੈ, ਉਹਦੇ ਲਈ ਕੋਈ ਕਾਇਦਾ ਨਹੀਂ। ਆਖਿਰ ਰੋਟੀ ਟੁੱਕ ਤੋਂ ਔਖਾ ਸੀ। ਪੁੱਛਣ ਵਾਲਾ ਹੋਵੇ ਹੋਟਲ ਥੋੜੇ ਆ, ਜੇ ਆਹੀ ਕੁਛ ਜਨਾਨੀ ਕਰ ਲਵੇ। ਨਾ ਚਾੜ ਲਿਆ ਚੰਦ, ਸੇਵਾ ਵੀ ਠੰਡਾ ਨਹੀਂ ਹੋਇਆ। ਅਜੇ ਤਾਂ 70 ਵੀ ਨਹੀਂ ਚੁੱਕਿਆ। ਨਾ ਮੈਂ ਪੁੱਛਦੀ ਆ, ਉਹਦੇ ਮੂਰੇ ਨਹੀਂ ਪਹਾੜ ਜਿੱਡੀ ਜ਼ਿੰਦਗੀ। ਚਾਚਾ ਹੁਣ ਖੰਗ ਨਾ ਲੈਕਚਰ ਤਾਂ ਸੋਹਣਾ ਕਰ ਲੈਂਦੀ ਆ। ਬੀਬਾ ਐਂ ਦੱਸ ਕਿ ਪੜ੍ਹੀ ਕਿੰਨੀ ਕੁ? ਬੀਏ। 2 ਅੱਖਰ ਪੜ੍ਹੀਆਂ, ਉਹ ਵੀ ਪੁੱਠੇ। ਭਾਈ ਬੀਏ ਪਾਸ ਜੀ, ਇਹ ਦੱਸੋ ਕਿ ਜਿਹੜੇ ਆ ਛੰਦ ਸੁਣਾਏ ਨੇ, ਇਹ ਰਸ ਕਿਹਨਾਂ ਦੇ ਮੂੰਹੋਂ ਚੋਂਦਾ ਹੁੰਦਾ? ਕਦੇ ਬੰਦਿਆਂ ਦੇ ਮੂੰਹੋਂ ਸੁਣੀਆਂ ਇਹੀ ਜੀ ਵਾਰਤਾਲਾਪ? ਆਦਮੀ ਤਾਂ ਵਿਚਾਰਾ ਸੋਗ 'ਚ ਡੁੱਬਿਆ ਮੜੀਆਂ ਨੂੰ ਜਾ ਰਿਹਾ ਹੁੰਦਾ, ਤੇ ਆਹੀ ਜਨਾਨੀਆਂ ਪਿੱਛੇ ਪਿੱਛੇ ਮਜ਼ਲ ਚਾਉਂਦੀਆਂ, ਪਤਾ ਕੀ ਗੱਲਾਂ ਕਰਦੀਆਂ ਹੁੰਦੀਆਂ? ਕੀ? ਨਹੀਂ ਕੋਈ ਛੋਟੀ ਭੈਣ ਨਹੀਂ ਸੀ ਇਹਦੀ? ਸੱਕੀ ਨਾ ਸਹੀ, ਤਾਏ ਚਾਚੇ ਦੀ ਤਾਂ ਹੋਣੀ ਆ। ਨਹੀਂ ਮੁੰਡੇ ਨੇ ਤਾਂ ਜਮਾ ਹੀ ਸੁੱਖ ਨਹੀਂ ਵੇਖਿਆ, ਘਰ-ਬਾਰ ਵੀ ਵੇਚ ਕੇ ਲਾਤਾ। ਨੀ ਬਿਮਾਰੀ ਹੋਈ ਕਸੂਤੀ ਸੀ। ਨਹੀਂ ਸੁੱਖ ਨਾਲ ਜਿਉਂਦਾ ਰਹੇ ਮੁੰਡਾ, ਨਹੀਂ ਕੁੜੀਆਂ ਦਾ ਘਾਟਾ। ਬੰਦਾ ਤਾਂ ਮੈਂ ਕਿਹਾ ਪਹਿਲੀ ਨੂੰ ਫੂਕ ਕੇ ਮਸਾਂ ਘਰੇ ਮੁੜਦਾ, ਤੇ ਆਉਂਦੀਆਂ ਨੂੰ ਇਹ ਦੂਜੀ ਦਾ ਲੇਡੀ ਸੰਗੀਤ ਕਰਦੀਆਂ ਹੁੰਦੀਆਂ। ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਨਾ ਕਦੇ ਸੁਣਿਆ ਅੱਜ ਤੱਕ ਵੀ ਨੂੰਹ ਤੇ ਸਹੁਰੇ ਦੀ ਲੜਾਈ ਹੋਈ ਹੋਵੇ? ਆ ਸੱਸਾਂ ਨੋਹਾਂ ਹੀ ਨੇ ਜਿਹੜੀਆਂ ਦੂਏ ਚੌਥੇ ਉੱਪਰ ਥੱਲੇ ਹੋਈਆਂ ਹੁੰਦੀਆਂ। ਨੀ ਭਰਾਵਾਂ ਪਿੱਟੀਏ ਖਾਲੀ ਹੱਥ ਆ ਗਈ, ਨੀ ਉਸ ਕੰਜਰ ਨੂੰ ਨਹੀਂ ਦੀਂਦਾ ਜਿਹਨੇ ਤੋਰੀ ਆ, ਨੀ ਇਹਨੇ ਜੜ ਸਵਾਹ ਤੋਰਨੀਆਂ ਕਹਾ, ਨੀ ਇਸ ਨਪੁੱਤੀ ਦੇ ਕੀ ਹੋਣਾ?
ਮੱਚ ਚਾਹੇ ਸਾਲੇ ਮੁੰਡੇ ਦੇ ਮਰੇ ਹੋਣ। ਮੈਂ ਕਹਿੰਦਾ ਲਫੜ ਮਾਰਾ ਇਹ ਜਿਹੇ ਬੰਦੇ ਦੇ ਜਿਹਨੇ ਕਹਾਵਤ ਬਣਾਈ ਆ, ਕਿਹੜੀ? ਕੁੱਤੇ ਦਾ ਕੁੱਤਾ ਵੈਰੀ। ਓਏ ਕੁੱਤੇ ਦਾ ਭਤੀਜ ਐਵੇਂ ਬਦਨਾਮ ਨੇ, ਅਸਲ ਵਿੱਚ ਵੇਖਿਆ ਜਾਵੇ ਜਨਾਨੀ ਜਨਾਨੀ ਦੀ ਵੈਰੀ ਆ। ਨੀਲੂ ਦੇ ਜਵਾਬ ਹੁਣ ਚਾਚੇ ਨੂੰ। ਤੁਸੀਂ ਦੇਈ ਚੱਲਿਓ ਜਵਾਬ, ਮੈਂ ਚੱਲੀ। ਚਾਚਾ ਜੀ ਆ ਨੀਲੂ ਰੁੱਸ ਕੇ ਚੱਲੀ ਆ, ਇਹਨੂੰ ਰੋਕੋ ਜਰਾ। ਚਿੰਤਾ ਨਾ ਕਰ ਭਤੀਜ, ਇੱਕ ਡਾਇਲੌਗ ਬੋਲਣਾ ਇਹਨੇ, ਗੇਟ ਨਹੀਂ ਟੱਪਣਾ, ਉੱਥੋਂ ਹੀ ਵਾਪਸ ਮੁੜ ਆਉਣਾ। ਚਾਚਾ ਖੜੇ ਡਾਇਲੌਗ। ਅੱਛਾ ਵੀ ਦਾਤਾ ਚੱਲੀ ਆ ਵੀ ਲੜ ਕੇ। ਨੀਲੂ ਮੁੜਿਆ ਮੁੜਿਆ ਨਿਕਲਦੀ ਬੱਸ ਥੱਲੇ ਆ ਜਾਏਗੀ, ਚਾਚੇ ਦੀ ਹਾਂ ਬਹੁਤ ਮਾੜੀ ਆ। ਆ ਇੱਕ ਨਵਾਂ ਤਰੀਕਾ ਸਿੱਖ ਲਿਆ ਹਾਲ ਲਾਉਣ ਦਾ। ਨਾਲੇ ਆ ਕੋਈ ਗੱਲ ਬੰਦੀ ਹੈ? ਆਪਣੇ ਘਰੇ ਆਇਆਂ ਦੀ ਬੇਇੱਜ਼ਤੀ ਕਰੀ ਜਾਂਦੇ ਹੋ। ਆਪਾਂ ਤੇਰੇ ਘਰੇ ਜਾ ਕੇ ਕਰ ਦਿੰਦੇ ਆ। ਚਾਚਾ ਜਿੰਨਾ ਤਵਾ ਤੀਵੀਆਂ ਤੁਸੀਂ ਲਾਇਆ, ਜੇ ਸਿਆਣੀਆਂ ਹੁਣ ਤਾਂ ਸਹੁੰ ਖਾ ਲੈਣ ਕਿ ਅੱਜ ਤੋਂ ਬਾਅਦ ਜਨਾਨੀ ਜਨਾਨੀ ਦੀ ਵੈਰੀ ਨਹੀਂ ਹੋਊ। ਇਹਦਾ ਮਤਲਬ ਭਤੀਜ ਅੱਜ ਤੋਂ ਬਾਅਦ ਜਨਾਨੀ ਜਨਾਨੀ ਦੀ ਨਹੀਂ, ਬੰਦੇ ਦੀ ਵੈਰੀ ਹੋਊ। ਕਿਆ ਵਾਸ਼ੇ ਤੇਰੇ, ਉਧਰੋਂ ਸਿਆਪਾ ਲਾ ਕੇ ਆਪਣੇ ਗਲ ਪਾ ਲਿਆ। ਜੇ ਤੁਸੀਂ ਲੇਡੀਜ਼ ਦੇ ਸ਼ਾਨ ਦੇ ਖਿਲਾਫ ਹੁਣ ਇੱਕ ਵੀ ਹੋਰ ਸ਼ਬਦ ਬੋਲਿਆ ਨਾ ਤਾਂ ਮੇਥੋਂ ਬੁਰੀ ਕੋਈ ਨਾ ਹੋ। ਬੀਬਾ ਤਾਂ ਸਾਨੂੰ ਬਹੁਤ ਦੇਰ ਦਾ ਪਤਾ ਕੀ? ਵੀ ਤੇਰੇ ਤੋਂ ਵੱਧ ਲੜਾਕੀ ਕੋਈ ਹੈ ਹੀ ਨਹੀਂ। ਚਾਚਾ ਜੀ ਬਸ ਵੀ ਕਰੋ, ਹੁਣ ਨੀਲੂ ਸੀਰੀਅਸ ਹੋ ਗਈ। ਤੇ ਸੀਰੀਅਸ ਹੋ ਗਈ ਫਿਰ ਐਂਬੂਲੈਂਸ ਬੁਲਾ ਲਓ। ਉਹ ਮੇਰੇ ਕਹਿਣ ਦਾ ਮਤਲਬ ਆ ਹੁਣ ਟਾਪਿਕ ਬਦਲ ਲਓ। ਓਏ ਤੂੰ ਟਾਪਿਕ ਬਦਲਣ ਦੀ ਗੱਲ ਕਰਦਾ? ਨੀਲੂ ਕਹੇ ਤਾਂ ਸਹੀ, ਅਸੀਂ ਕੈਸਟ ਦੀ ਸਾਈਡ ਬਦਲ ਦਿੰਨੇ ਆ। ਜਨਾਬ ਅਜੇ 2-3 ਮਿੰਟ ਰਹਿੰਦੇ ਨੇ। ਚਲੋ ਕੋਈ 2-3 ਮਿੰਟ ਦਾ ਟੋਟਕਾ ਸੁਣਾ ਦਿਓ। ਮਨੋਵਿਗਿਆਨੀ ਇਹ ਕਹਿੰਦੇ ਆ, ਇਹ ਭਲਾ ਮਨੋਵਿਗਿਆਨੀ ਕਿਹਨੂੰ ਕਹਿੰਦੇ ਆ? ਜਿਹੜੇ ਮਨੋਂ ਲਾ ਕੇ ਗੱਲਾਂ ਕਰਦੇ ਆ। ਸ਼ਰਮ ਨਹੀਂ ਆਉਂਦੀ ਪੁੱਛਦੇ ਨੂੰ, ਆਪਣੇ ਆਪ ਨੂੰ ਉਦਾਂ ਪੜ੍ਹਿਆ ਲਿਖਿਆ ਸਮਝਦਾ। ਸੋ ਉਹਨਾਂ ਅਨੁਸਾਰ ਸੁਪਨੇ ਦੀ ਵੱਧ ਤੋਂ ਵੱਧ ਲੰਬਾਈ 3 ਮਿੰਟ ਹੁੰਦੀ ਆ। ਚਲੋ ਸੁਪਨਾ ਹੀ ਸੁਣਾ ਦਿਓ, ਟਾਈਮ ਕਾਹਨੂੰ ਵੇਸਟ ਕਰਦੇ ਹੋ? ਲਓ ਸੁਪਨਾ ਸੁਣੋ। ਸੁਪਨੇ 'ਚ ਮੈਂ ਮਿਲਿਆ ਹੇਮਾ ਨੂੰ? ਹਾਂ। ਰੇਖਾ ਨੂੰ? ਮਾਦਰੀ ਨੂੰ? ਨਾ ਮਨੀਸ਼ਾ ਕੋਰਾਲਾ ਨੂੰ? ਨਹੀਂ, ਜੱਸੋਆ ਨਰਾਲਾ ਨੂੰ। ਇਹ ਜੱਸੋਵਾਲ ਸਾਹਿਬ ਅੱਜ ਕੱਲ ਪਿੱਛੇ ਨਰਾਲਾ ਲਿਖਣ ਲੱਗ ਪਏ। ਉਹ ਨਹੀਂ, ਉਹਨਾਂ ਦੇ ਕੰਮ ਹੀ ਨਿਰਾਲੇ ਨੇ। ਸੁਪਨੇ 'ਚ ਕੀ ਵੇਖਦਾ ਕਿ ਉਹ ਉੱਡੇ ਜਾ ਰਹੇ ਨੇ ਉੱਡੇ ਜਾ ਰਹੇ ਨੇ ਜਹਾਜ਼ 'ਚ, ਤੇ ਨਾਲ ਉਹਨਾਂ ਦੇ ਤੋਤਾ। ਤੋਤਾ? ਅੱਜ ਕੱਲ ਉਹਨਾਂ ਕੋਲ ਇੱਕ ਤੋਤਾ ਰੱਖਿਆ ਹੋਇਆ, ਉਹ ਜਿੱਧਰ ਨੂੰ ਜਾਂਦੇ ਆ ਨਾਲ ਹੀ ਨਾਲ ਹੁੰਦਾ। ਤੋਤਾ ਟਪੂਸੀ ਮਾਰੇ ਕਦੇ ਸੱਜੇ ਮੋਢੇ ਤੇ, ਫੇਰ ਟਪੂਸੀ ਮਾਰੇ ਖੱਬੇ ਮੋਢੇ ਤੇ, ਫਿਰ ਅਚਾਨਕ ਉਹਨੇ ਘੰਟੀ ਤੇ ਚੁੰਝ ਮਾਰੀ। 에ਅਰ ਹੋਸਟਸ ਆਈ। What can I do for you? मैं आपकी क्या सेवा कर सकती हूँ? ਤੋਤਾ ਕਹਿੰਦਾ Oh, sure. ਜੱਸੋਵਾਲ ਸਾਹਿਬ ਨੇ ਸੋਚਿਆ ਜੇ ਤੋਤੇ ਦੇ ਕਹਿਣ ਤੇ ਪੈਗ ਮਿਲ ਸਕਦਾ ਤਾਂ ਮੇਰੇ ਕਹਿਣ ਤੇ ਕਿਉਂ ਨਹੀਂ। ਉਹ ਵੀ ਕਹਿੰਦੇ One peg scotch for me too. Okay. ਲਓ ਜੀ 2 ਪੈਗ ਆ ਗਏ। ਤੋਤੇ ਨੇ ਤਾਂ ਮਾੜੀ ਜਿਹੀ ਚੁੰਝ ਗਿੱਲੀ ਕੀਤੀ ਤੇ ਜੱਸੋਵਾਲ ਸਾਹਿਬ ਨੇ ਉਹਦੇ ਵਾਲਾ ਵੀ ਖਿੱਚਤਾ। ਫਿਰ ਕੀ ਹੋਇਆ? ਫਿਰ 10 ਮਿੰਟਾਂ ਬਾਅਦ 에ਅਰ ਹੋਸਟਸ ਫੇਰ ਆਈ। Any service, please? ਤੋਤਾ ਕਹਿੰਦਾ Why not? ਮਗਰ ਹੀ ਜੱਸੋਵਾਲ ਸਾਹਿਬ ਕਹਿੰਦੇ ਮੈਨੂੰ ਵੀ ਮਿਲ ਸਕਦਾ ਹੈ। Of course. ਲਓ ਜੀ ਤੋਤੇ ਅੰਦਰ 2 ਤੋਪਕੇ ਤੇ ਜੱਸੋਵਾਲ ਸਾਹਿਬ ਅੰਦਰ 4 ਪੈਗ। ਕਰਦੇ ਕਰਦੇ ਤੋਤੇ ਅੰਦਰ 4 ਤੋਪਕੇ ਤੇ ਜੱਸੋਵਾਲ ਸਾਹਿਬ ਅੰਦਰ 8 ਪੈਗ। ਫੇਰ ਕੀ? ਓਏ ਘੁੱਟ ਅੰਦਰ ਹੋਵੇ ਤਾਂ ਬੰਦੇ ਦੇ ਉਹੀ ਨਹੀਂ ਪੱਬ ਧਰਤੀ ਤੇ ਲੱਗਦੇ, ਤੇ ਜਿਹੜੇ ਪਹਿਲਾਂ ਹੀ ਅੱਧੇ ਅਸਮਾਨ 'ਚ ਲਟਕਦੇ ਹੋਣ ਤੇ ਉਹਨਾਂ ਦੇ ਤਾਂ ਕੀ ਲੱਗਣੇ ਆ। ਅੱਛਾ। ਲਓ ਜੀ ਹਵਾ ਪਿਆਜੀ ਹੋਏ ਤੋਤੇ ਨੇ ਤੁਰੀ ਜਾਂਦੀ 에ਅਰ ਹੋਸਟਸ ਨੂੰ ਮਾਰੀ ਅੱਖ। ਮਗਰ ਹੀ ਜੱਸੋਵਾਲ ਸਾਹਿਬ ਨੇ ਦੱਬਤੀ। ਉਹ ਕੁਝ ਬੋਲੀ ਨਹੀਂ? ਉਹ ਚੁੱਪ ਕਰ ਗਈ। ਉਹ ਸਮਝੀ ਸ਼ਾਇਦ ਬਾਬੇ ਦੀ ਕੁਛ ਅੱਖ 'ਚ ਪੈ ਗਿਆ ਹੋਣਾ। ਫੇਰ ਤੋਤੇ ਨੂੰ ਤਾਂ 4 ਤੋਪਕੇ ਨਾ ਟਿਕਣ ਦੇਣ। ਉੱਡਣੀ ਪਰੀ ਵੇਖ ਕੇ ਜੱਸਵਾਲ ਸਾਹਿਬ ਦਾ ਮੋਢਾ ਉਹਨੂੰ ਖੱਦਰ ਤੋਂ ਵੀ ਵੱਧ ਖੁਰਦਲਾ ਲੱਗੇ। ਉਹਨੇ ਮਾਰੀ ਟਪੂਸੀ ਸਿੱਧਾ 에ਅਰ ਹੋਸਟਸ ਦੇ ਮੋਢੇ ਤੇ। Oh my God. ਉਹ ਥੋੜਾ ਸ਼ਰਮਾਈ ਫਿਰ ਹੱਸ। ਜੱਸਵਾਲ ਸਾਹਿਬ ਨੇ ਸੋਚਿਆ ਵੀ ਜਿਹੜੀ ਤੋਤੇ ਦਾ ਮਾਈਂਡ ਨਹੀਂ ਕਰਦੀ ਉਹਨੇ ਬੰਦੇ ਦਾ ਕੀ ਕਰਨਾ। ਜਦੋਂ ਉਹਨਾਂ ਨੇ ਵੀ ਉੱਠਣ ਲੱਗਿਆ ਨੇ ਰੱਖਿਆ ਉਹਦੇ ਮੋਢੇ ਤੇ ਹੱਥ, ਉਹ ਫੁੱਲਾਂ ਤੋਂ ਵੀ ਵੱਧ ਹੌਲੀ ਕੱਚੀ ਲਗਰ ਵਰਗੀ ਧੜਮ ਦੇਣੇ ਥੱਲੇ ਗਿਰ ਗਈ। ਉਹ ਥੱਲੇ ਕਿਉਂ ਗਿਰ ਗਈ? ਓਏ ਗਾਮਲੀਏ, ਓਏ ਕੁੜੀ ਨਿਰਾ ਪਿਪਲੀ ਦਾ ਪੱਤ ਤੇ ਜੱਸਵਾਲ ਸਾਹਿਬ ਦਾ ਹਾਥੀ ਦੇ ਪੈਰ ਜਿੱਡਾ ਹੱਥ। ਵਜਨ ਸਹਾਰ ਹੁੰਦਾ। ਉਹਨੇ ਤਾਂ ਉੱਠਦੀ ਨੇ ਪਾ ਲਿਆ ਖੌਰੂ। ਕੰਟਰੋਲ ਰੂਮ ਨਾਲ ਗੱਲ ਕਰਕੇ ਜਹਾਜ਼ ਸਿੱਧਾ ਰੋਮ ਹਵਾਈ ਅੱਡੇ ਤੇ ਤਾਰ ਲਿਆ। 2 ਸ਼ਰਾਰਤੀ ਅਨਸਰਾਂ ਨੂੰ ਅਰੈਸਟ ਕਰਨ ਲਈ ਹਥਿਆਰਾਂ ਨਾਲ ਲੈਸ ਇੰਟਰਪੋਲ ਜਾਣੀ ਕਿ ਅੰਤਰਰਾਸ਼ਟਰੀ ਪੁਲਿਸ ਨੇ ਜਹਾਜ਼ ਨੂੰ ਘੇਰਾ ਪਾ ਲਿਆ। ਜੱਸਵਾਲ ਸਾਹਿਬ ਜਹਾਜ਼ ਦੀਆਂ ਪੌੜੀਆਂ ਉਤਰ ਰਹੇ ਨੇ। ਤੋਤਾ ਖੱਬੇ ਮੋਢੇ ਤੇ। ਫਿਰ ਜਦੋਂ 4 ਪੌੜੀਆਂ ਉਤਰੇ ਤਾਂ ਜੱਸਵਾਲ ਸਾਹਿਬ ਦੇ ਕੰਨ 'ਚ ਹੌਲੀ ਦੇਣੇ ਤੋਤਾ ਪੁੱਛਦਾ, ਸਰਦਾਰ ਜੀ ਇੱਕ ਗੱਲ ਪੁੱਛਾਂ? ਕਹਿੰਦੇ ਪੁੱਛ। ਕਹਿੰਦਾ ਤੁਹਾਨੂੰ ਉੜਨਾ ਆਉਂਦਾ? ਜੱਸਵਾਲ ਸਾਹਿਬ ਕਹਿੰਦੇ ਨਹੀਂ। ਕਹਿੰਦਾ ਫਿਰ ਪੰਗਾ ਲੈਣ ਨੂੰ ਕਿਹਨੇ ਕਿਹਾ ਸੀ? ਚਾਚਾ ਜੀ ਇਹ ਤਾਂ ਸੀ ਸੁਪਨਾ,
ਹੁਣ ਹਕੀਕਤ ਚਾਹੋ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਓਏ ਕਹਿਣਾ ਮੈਂ ਇਹ ਚਾਹੁੰਦਾ ਭਤੀਜ ਕਿ ਜਦੋਂ ਬੱਚੇ ਨੂੰ ਵੀ ਪਤਾ ਸੀ ਕਿ ਐਤਕੀ ਹਵਾ ਦਾ ਰੁਖ ਅਕਾਲੀਆਂ ਦੇ ਹੱਕ 'ਚ ਆ, ਫਿਰ ਇਹਨਾਂ ਨੂੰ ਇਲੈਕਸ਼ਨ 'ਚ ਖੜਨ ਦਾ ਪੰਗਾ ਲੈਣ ਨੂੰ ਕਿਹਨੇ ਕਿਹਾ ਸੀ? ਚਾਚਾ ਜੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਪਰ ਜੱਸੋਵਾਲ ਸਾਹਿਬ ਬੰਦੇ ਬਹੁਤ ਵਧੀਆ। ਓ ਬੀਬਾ ਮੈਂ ਕਦੋਂ ਕਹਿਣਾ ਵਧੀਆ ਨਹੀਂ, ਬਸ ਇੱਕੋ ਕਮੀ ਆ ਜਿਹੜਾ ਹਰ ਵਾਰੀ ਰਾਈਟ ਟਾਈਮ ਤੇ ਰੌਂਗ ਡਿਸੀਜਨ ਲੈ ਲੈਂਦੇ ਆ। ਓ ਲੋਕੀ ਚੱਲਦੀ ਗੱਡੀ 'ਚ ਚੜਦੇ ਆ, ਇਹ ਖੜੀ ਸੀਟ ਮੱਲੀ ਬੈਠੇ ਆ। ਅੱਛਾ ਤਾਂ ਉੱਡਿਆ ਤੋਤਾ। ਓਏ ਤੋਤੇ ਤਾਂ ਆਪੇ ਉੱਡਣੇ ਸੀ। ਜੰਮੇ ਕਿਸੇ ਦੇ ਨੱਚੇ ਜੱਸੋਵਾਲ, ਮਰੇ ਕਿਸੇ ਦੇ ਪਿੱਟੇ ਜੱਸੋਵਾਲ। ਓਏ ਸਿੱਧਰੀਏ, ਓ ਭੋਲੀਏ, ਓ ਜਿੱਥੇ ਨਹਿਰਾਂ ਦੇ ਪੁਲ ਬਣਾਏ ਕੰਮ ਨਾ ਆਏ, ਲੋਕਾਂ ਨੂੰ ਰੁਜ਼ਗਾਰ ਦਿਵਾਏ ਕੰਮ ਨਾ ਆਏ, ਸੁੱਖ ਦੁੱਖ 'ਚ ਨੱਚੇ ਟੱਪੇ ਕੰਮ ਨਾ ਆਏ, ਕਿਲਾ ਰਾਏਪੁਰ ਦੀਆਂ ਬੰਦ ਪਈਆਂ ਖੇਡਾਂ ਇੱਥੋਂ ਤੱਕ ਦੁਬਾਰਾ ਸ਼ੁਰੂ ਕਰਾਈਆਂ ਕੰਮ ਨਾ ਆਈਆਂ, ਉੱਥੇ ਤੋਤੇ ਨੇ ਕੰਮ ਕੀ ਆਉਣਾ ਸੀ? ਚਾਚਾ ਸਰੋਤੇ ਬੜੇ ਸਿਆਣੇ ਆ, ਉਹਨਾਂ ਨੂੰ ਸਭ ਪਤਾ ਲੱਗ ਜਾਣਾ ਕਿ ਤੁਸੀਂ ਹਲਕਾ ਕਿਲਾ ਰਾਏਪੁਰ ਦੇ ਵੋਟਰਾਂ ਨੂੰ ਤੋਤੇ ਕਹੀ ਜਾ ਰਹੇ ਹੋ। ਓ ਮੈਂ ਉਹਨਾਂ ਨੂੰ ਤੋਤੇ ਨਹੀਂ ਕਹਿ ਰਿਹਾ, ਮੈਂ ਤਾਂ ਜੱਸਵਾਲ ਸਾਹਿਬ ਨੂੰ ਸੂਰਜਮੁਖੀ ਕਹਿ ਰਿਹਾ। ਚਾਚਾ ਜੀ ਡੂੰਗੀ ਸੱਟ ਮਾਰ ਗਏ। ਚਲੋ ਇਹ ਦੱਸ ਦਿਓ ਫਿਰ ਸਿੱਟਾ ਕੀ ਨਿਕਲਿਆ? ਸਿੱਟਾ ਕੀ ਕੱਢਣਾ ਭਤੀਜ? ਸਿੱਟਾ ਤਾਂ ਇਹੀ ਨਿਕਲਦਾ ਕਿ ਹਾਰ ਜਿੱਤ ਤਾਂ ਬਣੀ ਹੋਈ ਆ, ਇੱਕ ਨੇ ਤਾਂ ਢਹਿਣਾ ਹੀ ਢਹਿਣਾ, ਪਰ ਹੋਤਾ ਵਹੀ ਹੈ ਜੋ ਮਨਜ਼ੂਰੇ ਖੁਦਾ ਹੋਤਾ। ਫਿਰ ਵੀ ਜੱਸਵਾਲ ਸਾਹਿਬ ਨੂੰ ਲੋਕੀ ਇਉਂ ਪਿਆਰ ਕਰਦੇ ਆ ਕਿਵੇਂ? ਜਿਵੇਂ ਸੂਰਜਮੁਖੀ ਨੂੰ ਤੋਤਾ। ਹਾਂ ਭਾਈ ਹਾਂ, ਨਾ ਬਈ ਨਾ, ਉੱਕਾ ਹੀ ਨਾ। ਇਹ ਮੇਰੇ ਮੰਗਣੇ ਦੇ ਗੀਤ ਗਾਉਣੇ ਨੇ ਕਿ ਮਾਂ ਭੈਣਾਂ ਕਰ ਰਹੀਆਂ ਨੇ? ਨੀ ਪ੍ਰੀਤੀ, ਬਾਲੇ ਨੂੰ ਅੱਜ ਸ਼ਗਨ ਪਿਆ ਤੇ ਚਾਚਾ ਚਦਰਾ ਕਿਧਰੇ ਦਿਖਾਈ ਨਹੀਂ ਦਿੰਦਾ। ਨੀ ਉਹਨੇ ਕਿੱਥੇ ਜਾਣਾ ਹੈ, ਇੱਥੇ ਹੀ ਹੋਣਾ ਹੈ। ਨੀ ਜੇ ਹੁੰਦਾ ਤੇ ਰੜਕਦਾ ਨਾ। ਮੈਨੂੰ ਲੱਗਦਾ ਹੈ ਅੱਜ ਕੱਲ ਉਹਦੀ ਭਤੀਜ ਨਾਲ ਵਿਗੜੀ ਹੋਈ ਹੈ। ਭਲਾ ਨੀਲੂ ਨੂੰ ਪੁੱਛੋ। ਨਾ ਮੈਨੂੰ ਕੀ ਪੁੱਛਦੀ ਹੋ? ਜਿਹਦੀ ਕੁੜਮਾਈ ਹੋਈ ਹੈ ਉਹਦੇ ਨਾਲ ਗੱਲ ਕਰੋ। ਨਾ ਤੁਹਾਨੂੰ ਗਾਉਣ ਲਈ ਬੁਲਾਇਆ ਕਿ ਲਾਈਵ ਜਾਈ ਕਰਨ ਨੂੰ? ਮੇਰਾ ਚਾਚਾ, ਮੈਂ ਆਪੇ ਮਿਲਾ ਲੂੰ। ਓਏ ਭਤੀਜ ਕਰਈ ਆ। ਲਓ ਆ ਗਿਆ ਨਾ ਚਾਚਾ। ਆਹੋ ਚਾਚਾ ਲੰਘ ਗਿਆ। ਓਏ ਪਹਿਲਾਂ ਬੰਦੇ ਸਾਰੇ ਪਿਛਲੇ ਅੰਦਰ ਭੇਜ ਦੇ ਤੇ ਬੁੜੀਆਂ ਨੂੰ ਕਹਿ ਜਲਦੀ ਪਰਦਾ ਕਰ ਲੈਣ। ਕਿਉਂ? ਓਏ ਇੱਧਰ ਕੁੱਤਾ ਮੇਰੀ ਧੋਤੀ ਨਹੀਂ ਛੱਡਣ ਡਿਆ। ਤੋਤੀ ਨੂੰ ਕੀ ਹੁੰਦਾ ਹੈ? ਓਏ ਕੁੜੀਏ ਤੈਨੂੰ ਨਹੀਂ ਪਤਾ ਲਾਸਟ ਕਾਲੀਆ। ਸ਼ਰਮਾ ਜੀ ਚਾਚਾ ਜੀ ਨੂੰ ਜਲਦੀ ਬਚਾਓ। ਹਟ ਓਏ, ਤੀਰ ਦੀ ਚਾਚਾ। ਆਜੋ ਲੰਘ ਗਿਆ। ਆਜੋ। ਓਏ ਸ਼ੁਕਰਾ ਯਾਰ ਮਸਾਂ ਇੱਜ਼ਤ ਬਚੀ ਆ। ਹੈਂ ਬਾਹਰ ਬੀਹ 'ਚ ਕੁੱਤਾ ਖੁੱਲਾ ਫਿਰਦਾ ਤੇ ਅੰਦਰ ਕੁੜੀਆਂ ਚਿੜੀਆਂ 'ਚ ਭਤੀਜ। ਕਿਤੇ ਢੋਲਕੀ ਵੱਜਦੀ ਆ, ਕਿਤੇ ਛਹਿਣੇ ਖੜਕਦੇ ਆ, ਉਧਰ ਕਣਾਤ ਲੱਗੀ ਆ, ਕਿਤੇ ਝਾਮਚਰਨੀਆਂ ਰੁਲਦੀਆਂ। ਕੀ ਗੱਲ ਕੱਲ ਨੂੰ ਕੋਈ ਦੁਕਾਨ ਦਾ ਮਹੂਰਤ ਆ? ਸ਼ਰਮਾ ਜੀ ਚਾਚਾ ਜੀ ਨੂੰ ਛੇਤੀ ਖੁਸ਼ਖਬਰੀ ਦੱਸ ਦਿਓ, ਨਹੀਂ ਇਹਨਾਂ ਨੇ ਤੁੱਕੇ ਲਾਈ ਜਾਣੇ ਆ। ਨਾ ਤੁੱਕੇ ਲਾਉਣ ਨੂੰ ਮੈਂ ਬੋਕ ਆ। ਖੁਸ਼ਖਬਰੀ ਵੀ ਦੱਸ ਦਿੰਨੇ ਆ, ਪਹਿਲਾਂ ਮੂੰਹ ਤਾਂ ਮਿੱਠਾ ਕਰ ਲਓ। ਓਏ ਮੂੰਹ ਮਿੱਠਾ ਤੀਵੀਆਂ ਕਰਦੀਆਂ, ਬੰਦੇ ਤਾਂ ਸਲੂਣਾ ਕਰਦੇ ਹੁੰਦੇ ਆ। ਜੇ ਬਹੁਤੀ ਖੁਸ਼ੀ ਆ ਕੋਈ ਦਾਰੂ ਮੱਛੀ ਦਾ ਜੁਗਾੜ ਕਰ। ਚਾਚਾ ਜੀ ਮੱਛੀ ਨਹੀਂ ਖਾਈਦੀ, ਕਿਉਂ? ਕੰਡੇ ਹੁੰਦੇ ਆ। ਓਏ ਤੂੰ ਲਿਆ ਤਾਂ ਸਹੀ, ਅਸੀਂ ਜੁੱਤੀ ਪਾ ਕੇ ਖਾ ਲਾਂਗੇ। ਚਾਚਾ ਜੀ ਕੰਮ ਤਾਂ ਸ਼ਰਮਾ ਜੀ ਨੇ ਤੁਹਾਡੇ ਕੋਲੋਂ ਜੁੱਤੀਆਂ ਖਾਣ ਵਾਲਾ ਆਪ ਕੀਤਾ ਹੈ। ਕੀ ਮਤਲਬ? ਨੀਲੂ ਜੀ ਤੁਸੀਂ ਚੁੱਪ ਰਹੋ। ਚਾਚਾ ਜੀ ਮੈਂ ਦੱਸਦਾ, ਪਲੀਜ਼ ਬੈਠੋ ਸੇ ਜਰਾ, ਬੈਠੋ। ਤੁਸੀਂ ਗੁੱਸਾ ਨਾ ਕਰਿਓ। ਅਸਲ ਵਿੱਚ ਅੱਜ ਮੈਨੂੰ ਵੇਖਣ ਵਾਲੇ ਆਇਆ ਸੀ, ਉਹਨਾਂ ਨੇ ਕਿਸੇ ਨੂੰ ਸੱਦਣ ਦਾ ਟਾਈਮ ਹੀ ਨਹੀਂ ਦਿੱਤਾ, ਬਸ ਸ਼ਗਨ ਪਾ ਗਏ। ਚਾਚਾ ਜੀ ਕੀ ਸੋਚਦੇ ਹੋ? ਮੈਂ ਕੀ ਸੋਚਣਾ ਭਾਈ, ਹੁਣ ਤਾਂ ਕੁੜੀ ਵਾਲੇ ਸੋਚਣਗੇ। ਕੀ ਮਤਲਬ? ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਰਿਸ਼ਤਾ ਕਰ ਕਿਹਨੇ ਦਿੱਤਾ। ਨਾਲਾ ਪਾਉਣੀ ਵਰਗਾ ਤਾਂ ਇਹਦਾ ਮੂੰਹ ਆ। ਕਿਉਂ ਤਮਾਸ਼ਾ ਵਿਖਾਉਂਦੇ ਹੋ ਸਭ ਨੂੰ? ਤਮਾਸ਼ਾ? ਮੈਂ ਵਿਖਾਉਣਾ ਤਮਾਸ਼ਾ? ਓਏ ਤੂੰ ਮੇਰਾ ਮੂੰਹ ਨਾ ਖਲਵਾ ਕੁੜੀਏ, ਮੈਂ ਅੰਦਰੋਂ ਫੋੜੇ ਵਾਂਗੂ ਭਰਿਆ ਪਿਆ। ਇੰਨੀ ਮਾੜੀ ਤਾਂ ਰੰਗ ਜੇ ਵੇਲੇ ਸੰਗੀਤਕਾਰਾਂ ਨਾਲ ਨਹੀਂ ਹੋਈ ਜਿੰਨੀ ਇਹਨੇ ਮੇਰੇ ਨਾਲ ਕਰਤੀ। ਨਾ ਇਹਦਾ ਫਰਜ਼ ਨਹੀਂ ਸੀ ਬਣਦਾ ਮੈਨੂੰ ਦੱਸਣ ਦਾ। ਓਏ ਮੈਂ ਦੱਸੀ ਤਾਂ ਜਾਨਾ ਕਿ ਸਭ ਕੁਝ ਅਚਾਨਕ ਹੋ ਗਿਆ। ਨਾ ਅਚਾਨਕ ਹੋਣ ਨੂੰ ਇਹ ਹਾਰਟ ਅਟੈਕ ਸੀ ਓਏ ਜਿਹੜਾ ਚੁੱਪ ਚਪੀਤੇ ਹੋ ਗਿਆ। ਚਾਚਾ ਬਸ ਵੀ ਕਰ ਹੁਣ। ਨਾ ਹੁਣ ਕਿਉਂ ਕਸਾਲਾ ਜਿਹਾ ਮੂੰਹ ਬਣਾਉਣਾ, ਜਿਵੇਂ ਸਰੋਂ ਦੀ ਗੰਦਲ ਦੀ ਥਾਂ ਮੂੰਹ 'ਚ ਤਾਰਾ ਮੀਰਾ ਆ ਗਿਆ ਹੁੰਦਾ। ਸਾਰਾ ਆਸ ਗਵਾਂਢ ਸੁਣਦਾ, ਪੂਰਾ ਮੇਰਾ ਖਿਆਲ ਰੱਖ। ਨਾ ਤੂੰ ਮੇਰੀ ਜਨਾਨੀ ਆ ਓਏ ਜਿਹੜਾ ਮੈਂ ਤੇਰਾ ਖਿਆਲ ਰੱਖਾਂ। ਨਾ ਐਡਾ ਕੀ ਸ਼ਰਮਾ ਜੀ ਨੇ ਜ਼ੁਰਮ ਕਰਤਾ, ਅਗਲਿਆਂ ਨੂੰ ਚੰਗਾ ਲੱਗਿਆ ਸ਼ਗਨ ਪਾ ਗਏ। ਮੈਨੂੰ ਲੱਗਦਾ ਜਿਹੜਾ ਇਹਨੇ ਤੱਤ ਪੜੱਤੀ 'ਚ ਬੁੱਕਲ 'ਚ ਗੁੜ ਭੰਨਿਆ,
ਇਹਦੇ ਦੋ ਕਾਰਨ ਹੋ ਸਕਦੇ ਆ। ਕਿਹੜੇ ਕਾਰਨ? ਜਾਂ ਤਾਂ ਇਹ ਸੋਹਣਾ ਹੋ ਗਿਆ ਜਾਂ ਫਿਰ ਲੋਕਾਂ ਦਾ ਹੀ ਸਟੈਂਡਰਡ ਗਿਰ ਗਿਆ। ਨਾ ਕੀ ਹੋਇਆ ਸ਼ਰਮਾ ਜੀ ਨੂੰ? ਕਿਹੜੀ ਕਮੀ ਆ ਮੇਰੇ 'ਚ? ਨਾ ਕਮੀ ਤਾਂ ਕੋਈ ਨਹੀਂ, ਸਿਰਫ ਸ਼ਕਲ ਹੀ ਇਦਾਂ ਦੀ ਆ ਜਿਵੇਂ ਟਿੱਬੇ ਤੇ ਲਸਣ ਬੀਜਿਆ ਹੁੰਦਾ। ਗੱਲ ਤੇ ਚੁੰਡੀ ਵੱਢੀਏ ਤਾਂ ਐਂ ਲੱਗਦਾ ਜਿਵੇਂ ਡੱਬੇ 'ਚੋਂ ਟਿਸ਼ੂ ਕੱਢੀਦਾ। ਤੇ ਉੱਤੋਂ ਸਰੀਰ, ਕਿਉਂ ਕੀ ਹੋਇਆ ਸਰੀਰ ਨੂੰ? ਚੰਗਾ ਭਲਾ ਗੱਭਰੂ ਆ। ਹਾਏ ਓਏ ਸਦਕੇ ਜਾਈਏ ਇਹੋ ਜਿਹੇ ਗੱਭਰੂ ਦੇ, ਉਹ ਜਿਹਦੇ ਕਾਨਿਆਂ ਵਰਗੇ ਪੱਟ, ਉਹ ਜਿਹਦੀ ਤੀਲੇ ਵਰਗੀ ਛਾਤੀ ਤੇ ਜਿਹਦਾ ਪੌਣੇ 5 ਫੁੱਟਾ ਕੱਦ। ਨਾ ਤੈਂ ਮੈਥੋਂ ਛੱਤਾਂ ਦੇ ਜਾਲੇ ਲਵਾਉਣੇ ਆ। ਓਏ ਲੋਕਾਂ ਦੇ ਮੁੰਡੇ 6-6 ਫੁੱਟੇ 7-7 ਫੁੱਟੇ, ਤੇ ਇੱਧਰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਸਾਡੇ ਗੱਭਰੂ ਦਾ ਕੱਦ ਰੌਂਡੀ ਪਾ ਕੇ ਵੀ ਮਸਾਂ 5 ਫੁੱਟ ਆ। ਹੱਕ ਹਲਾਲ ਦਾ ਇੰਨਾ ਕੁ ਹੁੰਦਾ। ਮੰਗਣਾ ਕਾਹਦਾ ਹੋ ਗਿਆ? ਬਾਂਦਰ ਜਿਹਨੂੰ ਗੱਲਾਂ ਹੀ ਆਉਣ ਲੱਗ ਪਈਆਂ। ਨਾ ਹੁਣ ਟੁੱਟੇ ਛਿੱਤਰ ਨੂੰ ਵਧੀ ਨਾ ਜਾ, ਸਾਰਿਆਂ ਸਾਹਮਣੇ ਬਾਂਦਰ ਦੱਸਦਾ। ਅੰਦਰ ਚੱਲ, ਕੱਲੇ ਨੂੰ ਕਹਿ ਦਿੰਦਾ। ਸ਼ਰਮਾ ਜੀ ਸ਼ਾਂਤ ਸ਼ਾਂਤ ਸ਼ਾਂਤ। ਫਿਰ ਕੀ ਆ ਜੇ ਚਾਚਾ ਜੀ ਨੇ ਤੁਹਾਨੂੰ ਬਾਂਦਰ ਕਹਿਤਾ? ਡਾਰਵਨ ਦੀ ਥਿਊਰੀ ਇਹ ਕਹਿੰਦੀ ਹੈ ਕਿ ਕਹਾ ਮਨਸੂਰ ਨੇ ਖੁਦਾ ਹੂੰ ਮੈਂ, ਡਾਰਵਨ ਬੋਲੇ ਬੂਝਨਾ ਹੂੰ ਮੈਂ। ਸੋ ਇਹਦੇ ਚ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ। ਤੇ ਨਾਲੇ ਮੇਰੇ ਪਾਪਾ ਜੀ ਵੀ ਇਹੀ ਕਹਿੰਦੇ ਨੇ ਕਿ ਅਸੀਂ ਸਾਰੇ ਬਾਂਦਰ ਦੀ ਸੰਤਾਨ ਆ। ਕਿਉਂ, ਠੀਕ ਹੈ ਨਾ ਚਾਚਾ ਜੀ? ਬੀਬਾ ਇਹ ਤੁਹਾਡੇ ਘਰ ਦਾ ਮਾਮਲਾ, ਮੈਂ ਇਹਦੇ ਵਿੱਚ ਦਖਲਅੰਦਾਜ਼ੀ ਕਰਦਾ ਚੰਗਾ ਨਹੀਂ ਲੱਗਦਾ। ਮੈਂ 1.5 ਘੰਟੇ ਤੁਹਾਡੇ ਮੂੰਹ ਵੱਲ ਵੇਖੀ ਜਾਂਦੀ ਆ। ਜੇ ਮੂੰਹ ਵੱਲ ਵੇਖੀ ਜਾਨੀ ਹੈ ਇਹਦੇ 'ਚ ਬੀਬਾ ਤੇਰਾ ਕਸੂਰ ਨਹੀਂ, ਮੇਰੇ 'ਚ ਕਸ਼ਿਸ਼ ਇੰਨੀ ਹੈ। ਜਿਹਦੇ ਚ ਕਸ਼ਿਸ਼ ਸੀ ਨਾ, ਅਗਲੇ ਉਹਦੇ ਮੂੰਹ ਨੂੰ ਛੁਹਾਰਾ ਲਾ ਗਏ। ਓਏ ਕੱਚੇ ਚੌਲਾਂ ਤੇ ਬਾਲਾ ਤੈਂਬੜੀ ਦਾ ਨਹੀਂ ਹੁੰਦਾ। ਚਾਚਾ ਕੀ ਕਰ ਲੇਗਾ ਤੂੰ? ਵੱਧ ਤੋਂ ਵੱਧ ਭਾਨੀ ਮਾਰਾਂਗਾ। ਹਾਏ ਕਮਲਾ, ਭਾਨੀ ਦੀ ਕੀ ਲੋੜ ਆ? ਜਾ ਕੇ ਇਹੀ ਕਹਿਣਾ ਕਿ ਮੁੰਡਾ BSc ਆ। ਨਾ ਇਹਦੇ ਚ ਸ਼ੱਕ ਵੀ ਕੀ ਹੈ? ਯੂਨੀਵਰਸਿਟੀ ਤੋਂ ਐਗਰੀਕਲਚਰ ਦੀ BSc ਕੀਤੀ ਹੈ। ਓਏ ਇਹ ਤਾਂ ਤੂੰ ਕਹਿਨੀ ਆ ਕਿ ਮੁੰਡਾ ਬੈਚਲਰ ਆਫ ਸਾਇੰਸ ਆ। ਇਹ ਤਾਂ ਜਾ ਕੇ ਮੈਂ ਦੱਸੂ ਕਿ ਕਾਕਾ ਬਾਟਾ ਸ਼ੂ ਕੰਪਨੀ ਦੇ ਸੇਲਮੈਨ ਲੱਗਿਆ ਹੋਇਆ। ਓਏ ਜਾ ਜਾ, ਦੱਸ ਦੇ ਤੇ ਦੱਸਣਾ। ਓਏ ਮੈਂ ਤਾਂ ਜਾ ਕੇ ਹੁੱਬ ਕੇ ਦੱਸੂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਾਲਾ ਮੇਰਾ ਭਤੀਜ ਆ, ਪਰ ਇਹਨੂੰ ਭਲਾ ਮਾਨਸ ਨਾ ਸਮਝੋ, ਸਾਲਾ ਚਾਚੇ ਤੋਂ ਵੀ ਵੱਧ ਕੁੱਤੀ ਚੀਜ਼ ਹੈ। ਮੱਥੇ ਤੇ ਟਾਵਾ ਟਾਵਾ ਵਾਲ ਮੇਰੇ ਗੰਜੜੇ ਦੇ। ਮੁੰਡਾ ਦਾਰੂ ਨਾਲ ਮੀਟ ਖਾਵੇ ਭੇਡ ਦਾ, ਕੋਠੇ ਚੜ੍ਹਨ ਵਾਲੇ ਜੂਆ ਨੇ ਤਖੇੜਦਾ। ਉਦਾਂ ਦਾ ਕਾਕਾ ਕਮਾਲ ਦਾ, ਪਰ ਹੈਗਾ 37 ਸਾਲ ਦਾ। ਆਵੇ ਗੁਨਾਹੇ ਚਾਰ ਗੁਬੋਦੇ, ਪਿੰਡ ਪਿੰਡ ਹੋਇਆ ਬੁਰਾ ਹਾਲ ਮੇਰੇ ਗੰਜੜੇ ਦੇ। ਉਂਝ ਵੇਖਣ ਪਾਖਣ ਨੂੰ ਮੁੰਡਾ ਸਮਾਰਟ ਆ, ਪਰ ਅਕਲ ਦੀ ਥੋੜੀ ਜੀ ਘਾਟ ਆ। ਕੀ ਹੋਇਆ ਜੇ 8ਵੀਂ ਚੋਂ ਫੇਲ ਆ? ਬਸ 4 ਵਾਰੀ ਕੱਟੀ ਉਹਨੇ ਜੇਲ੍ਹ। ਆਵੇਗੀ ਗੱਲ ਤੇ ਜੰਜਾਲ, ਲੜ ਲੱਗ ਬਾਲੜੇ ਦੇ। ਕੰਮ ਤੋਂ ਮੂੰਹ ਮੋੜਦਾ ਨਹੀਂ, ਉਂਝ ਡੱਕਾ ਤੋੜਦਾ ਨਹੀਂ। ਬੁੜਾ ਪੂਰਾ ਨਰਮਾ, ਬੁੜੀ ਪੂਰੀ ਗਰਮਾ, ਮੁੰਡਾ ਥੋੜਾ ਬਸ਼ਰਮਾ। ਪਤਾ ਕਰ ਲਓ ਜੇ ਕੋਈ ਤੁਹਾਨੂੰ ਭਰਮ। ਵੈਸੇ ਤਾਂ ਨਾ ਕੋਈ ਉਹਦਾ ਦੀਨ ਆ ਤੇ ਨਾ ਹੀ ਉਹਦਾ ਧਰਮ। ਮੈਂ ਤਾਂ ਕਹਿੰਦਾ ਚੁੱਪ ਕਰਕੇ ਡੋਲੀ ਤੋੜ ਦਿਓ, ਅੱਗੇ ਕੁੜੀ ਦੇ ਕਰਮ। ਚਾਚਾ ਵੱਧ ਤੋਂ ਵੱਧ ਜਵਾਬ ਹੀ ਦੇ ਦੇਣਗੇ, ਹੋਰ ਕੀ ਤੂੰ ਡਾਂਗ ਮਾਰ ਲੇਗਾ? ਕਿਉਂ ਹੁਣ ਸਾਹ ਧੁੰਨੀ ਕੋਲੋਂ ਆਉਣ ਲੱਗ ਪਿਆ? ਓਏ ਤੂੰ ਤਾਂ ਉਹ ਗੱਲ ਕਰਤੀ ਕਿ ਕੋਈ ਪੜ੍ਹਿਆ ਲਿਖਿਆ ਨੌਜਵਾਨ ਮਿਨਿਸਟਰ ਦੀ ਕੋਠੀ ਨੌਕਰੀ ਦੀ ਸਿਫਾਰਿਸ਼ ਲਈ ਗਿਆ। ਮੰਤਰੀਆਂ ਨੂੰ ਆਦਤ ਹੁੰਦੀ ਆ ਲਾਰੇ ਲਾਉਣ ਦੀ। ਕਹਿੰਦਾ ਕਾਕਾ ਤੂੰ ਇਲੈਕਸ਼ਨ 'ਚ ਸਾਡੀ ਬੜੀ ਮਦਦ ਕੀਤੀ ਆ, ਮੈਨੂੰ ਪਤਾ, ਪਰ ਮੈਂ ਹੁਣ ਥੋੜਾ ਬਿਜ਼ੀ ਆ, ਤੂੰ ਮਹੀਨੇ ਕੁ ਤੱਕ ਆਈ। ਅੱਛਾ। ਲਓ ਜੀ ਵਿਚਾਰਾ ਮਹੀਨੇ ਬਾਅਦ ਫੇਰ ਗਿਆ। ਮੰਤਰੀ ਜੀ ਕਹਿੰਦੇ ਵੀ ਹੁਣ ਤਾਂ ਮੈਂ ਕੈਬਨਿਟ ਦੀ ਮੀਟਿੰਗ ਤੇ ਚੱਲਿਆ, ਤੂੰ ਚੱਲ 20 ਕੁ ਦਿਨ ਤੱਕ ਗੇੜਾ ਮਾਰੀ। ਵਿਚਾਰਾ 20 ਦਿਨਾਂ ਬਾਅਦ ਫੇਰ ਗਿਆ। ਬਈ ਹੁਣ ਤਾਂ ਕਾਕਾ ਮੈਂ ਰੋਜ਼ਗਾਰ ਦੇ ਦਫ਼ਤਰ ਦਾ ਉਦਘਾਟਨ ਕਰਨ ਚੱਲਿਆ, ਤੂੰ 10 ਕੁ ਦਿਨਾਂ ਬਾਅਦ ਪਤਾ ਕਰੀ। ਲਓ ਜੀ ਜਦੋਂ 10 ਦਿਨਾਂ ਬਾਅਦ ਪਤਾ ਕਰਨ ਆਇਆ ਤਾਂ ਮੰਤਰੀ ਜੀ ਫੇਰ ਕਾਰ 'ਚ ਬਹਿ ਕੇ ਕਿਤੇ ਜਾਣ ਲੱਗੇ ਤਾਂ ਬੰਦਾ ਭੱਜ ਕੇ ਟਾਕੀ ਕੋਲ ਆ ਗਿਆ। ਕਹਿੰਦਾ ਜਨਾਬ ਮੈਂ ਗਰੀਬ ਆਦਮੀ ਪੂਰੇ 150 ਮੀਲ ਤੋਂ ਆਉਣਾ ਤੇ ਮੇਰਾ ਚੌਥਾ ਗੇੜਾ, ਕੋਈ ਮੈਨੂੰ ਵੀ ਜਵਾਬ ਦਿਓ। ਫਿਰ ਮੰਤਰੀ ਜੀ ਕੀ ਕਹਿੰਦੇ? ਕਹਿੰਦੇ ਕਾਕਾ ਦੇਣਾ ਤਾਂ ਤੈਨੂੰ ਜਵਾਬ ਹੀ ਆ, ਪਰ ਤੂੰ ਥੋੜਾ ਕਾਲਾ ਪੈ ਗਿਆ। ਉਹ ਹਿਸਾਬ ਆ ਤੇਰਾ ਭਤੀਜ ਕਿ ਦਵਾਉਣਾ ਤਾਂ ਤੈਨੂੰ ਵੀ ਕੁੜੀ ਵਾਲਿਆਂ ਤੋਂ ਜਵਾਬ ਹੀ ਆ, ਪਰ ਤੂੰ ਥੋੜਾ ਕਾਲਾ ਪੈ ਗਿਆ। ਬਸ ਐਡੀ ਜਲਦੀ ਹਾਰ ਮੰਨ ਗਿਆ? ਚਾਚਾ ਜੀ ਜੇ ਕਿਸੇ ਹੋਰ ਦੀ ਸ਼ਰਮ ਨਹੀਂ ਕਰਨੀ ਤਾਂ ਕਮ ਸੇ ਕਮ ਵਿਚੋਲੇ ਦੀ ਕਰ ਲੋ। ਆ ਵਿਚੋਲਾ ਕੌਣ ਆ? ਤੁਹਾਡਾ ਯਾਰ ਜਰਨੈਲ ਘਮਾਨ। ਉਹ ਆ ਵਿਚੋਲਾ? ਆਹੋ। ਫੇਰ ਕਾਕਾ ਉਹਨੇ ਕੁੜੀ ਨਹੀਂ ਲੱਭੀ ਹੋਣੀ, ਗਾਉਣ ਵਾਲੀ ਲੱਭੀ ਹੋਣੀ ਆ। ਖੈਰ ਰਿਸ਼ਤਾ ਕਿੱਥੋਂ ਕਰਾਇਆ? ਫਿਲੌਰ ਤੋਂ। ਫਲੋਰ ਤੋਂ? ਨਾ ਇਹਦੇ 'ਚ ਦੰਦੀਆਂ ਕੱਢਣ ਵਾਲੀ ਕਿਹੜੀ ਗੱਲ ਆ? ਕਾਕਾ ਉਹਨੇ ਫਿਰ ਤੈਨੂੰ ਰਿਸ਼ਤਾ ਨਹੀਂ ਕਰਾਇਆ, ਇਹ ਸਮਝ ਲੈ ਕਿ ਤੇਰੇ ਨਾਲ ਪਿਛਲੇ ਜਨਮ ਦਾ ਕੋਈ ਵੈਰ ਕਮਾਇਆ। ਲੱਗਦਾ ਤੇਰੀ ਕਿਸਮਤ 'ਚ ਵਿਆਹ ਦਾ ਸੁੱਖ ਹੈ ਨਹੀਂ ਵਾਲੀ ਦੇਰ। ਕਿਉਂ? ਆਪਣਾ ਸੰਨ ਕਿਹੜਾ ਚੱਲਦਾ? ਸਨ 1997। ਬਸ ਇਹ ਸਮਝ ਲੈ ਪੁੱਤਰਾ ਕਿ ਤੇਰੇ ਕੋਲ ਬਹੂ ਬਸ 2 ਸਾਲ ਹੀ ਰਹੂ। ਸਿਰਫ 2 ਸਾਲ ਹੀ ਰਹੂ? ਚਾਚਾ ਜੀ ਸੁਖ ਬੋਲੋ। ਉਹ ਜੇ ਕਾਵਾਂ ਦੇ ਕਹਿਣ ਤੇ ਢੱਗੇ ਮਰ ਲੱਗ ਜਾਣ ਤਾਂ ਕਾਂ ਫਿਰ ਗੁਗੜਾ ਨਾ ਕੱਢੀ ਫਿਰਨ। ਵੇਖ ਲਈ ਪੁੱਤਰਾ, ਇੱਥੇ ਹੀ ਤੂੰ ਆ, ਇੱਥੇ ਹੀ ਮੈਂ ਆ। ਜੇ ਸੰਨ 99 ਪਾ ਗਈ ਤਾਂ ਮੈਨੂੰ ਕਹਿ ਦੀ। ਕੀ ਗੱਲ, ਉਹਨੂੰ ਕੋਈ ਸੀਰੀਅਸ ਬਿਮਾਰੀ ਚਿਮੜੀ ਹੈ? ਉਹ ਤਾਂ ਵਿਆਹ ਤੋਂ ਬਾਅਦ ਚਿੰਬੜੂ। ਨਾ 2 ਸਾਲ ਬਾਅਦ ਉਹਨੇ ਕਿਤੇ ਬਾਹਰ ਚਲੀ ਜਾਣਾ ਹੈ? ਬਿਲਕੁਲ ਨਹੀਂ। ਉਹ ਸੁਭਾਅ ਦੀ ਲੜਾਕੀ ਹੈ। ਅਬੀਬਾ ਤੇਰੇ ਵਾਲੇ ਗੁਣ ਕਿੱਥੇ ਉਹ ਚ? ਤੇਰੇ ਕਹਿਣ ਦਾ ਮਤਲਬ ਤਲਾਕ ਦੇ ਜੂ? ਉਹ ਵੀ ਨਹੀਂ।
ਫੇਰ ਓਏ ਕਮਲਿਆ, ਸ਼ਾਇਦ ਤੈਨੂੰ ਇਹ ਇਲਮ ਨਹੀਂ ਕਿ ਫਲੋਰ ਦੀ ਸਾਰੀ ਜ਼ਮੀਨ 99 ਸਾਲਾਂ ਪਟੇ ਤੇ ਆ। ਤੇ ਫੇਰ ਜੇ ਘੁਮਾਣ ਨੇ ਸਾਨੂੰ 99 ਚ ਆ ਕੇ ਕਹਿਤਾ ਕਿ ਕੁੜੀ ਵਾਲਿਆਂ ਨੇ ਕਿਹਾ ਸਾਡੀ ਕੁੜੀ ਵੀ ਵਾਪਸ ਕਰੋ, ਉਹ ਵੀ ਪਟੇ ਤੇ ਸੀ, ਫੇਰ ਕੀ ਕਰ ਲੇਗਾ ਬਈ? ਫੇਰ ਮੈਂ ਕਹਿ ਦੂੰਗਾ ਮੈਨੂੰ ਵੀ ਨਾਲ ਲੈ ਚੱਲੋ। ਸਿੱਧਾ ਕਿਉਂ ਨਹੀਂ ਕਹਿੰਦਾ ਕਿ ਘਰ ਜਵਾਈ ਬਣਨ ਦੀਆਂ ਤਿਆਰੀਆਂ ਵਿੱਢੀ ਫਿਰਦਾ? ਮੈਂ ਚਾਹੇ ਘਰ ਜਵਾਈ ਬਣਾ ਚਾਹੇ ਬਾਹਰ ਜਵਾਈ, ਤੈਨੂੰ ਕੀ ਤਕਲੀਫ ਆ? ਤਕਲੀਫ ਮੈਨੂੰ ਨਹੀਂ, ਤਕਲੀਫ ਤਾਂ ਕਾਕਾ ਜੀ ਤੈਨੂੰ ਹੋਣੀ ਆ ਜਦੋਂ ਜਣੇ ਖਾਣੇ ਤੋਂ ਸੁਣਨਾ ਪਿਆ ਕੀ? ਵੀ ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ। ਚਾਚਾ ਜੀ, ਇਹ ਕਹਾਵਤ ਤਾਂ ਬੜੀ ਪੁਰਾਣੀ ਹੈ, ਪਰ ਮੈਨੂੰ ਇਹਦਾ ਪਿਛੋਕੜ ਨਹੀਂ ਪਤਾ ਬਈ ਇਹ ਸ਼ੁਰੂ ਕਿਵੇਂ ਹੋਈ। ਆਂਦੇ ਆ ਕੇਰਾ ਇੱਕ ਬੰਦਾ ਪਹਿਲੀ ਵਾਰੀ ਆਪਣੇ ਸਹੁਰੇ ਗਿਆ, ਜਾ ਕੇ ਕੀ ਵੇਖਦਾ ਹੈ ਕਿ ਸ਼ੇਰ ਵਰਗਾ ਕੁੱਤਾ ਆਪਣੇ ਮਾਲਕ ਦੇ ਪੈਰ ਚੱਟੇ। ਉਹ ਹੈਰਾਨੀ ਨਾਲ ਆਪਣੇ ਸਹੁਰੇ ਨੂੰ ਪੁੱਛਦਾ, ਪਾਪਾ ਜੀ ਇਹ ਕੁੱਤਾ ਕਿ ਸ਼ੇਰ ਆ? ਫੇਰ ਕੀ ਕਹਿੰਦਾ? ਉਹ ਕਹਿੰਦਾ, ਪੁੱਤਰਾ ਇਹ ਸੁਭਾਅ ਦਾ ਕੁੱਤਾ ਪਰ ਸਿਹਤ ਦਾ ਸ਼ੇਰ ਆ। ਕਹਿੰਦਾ ਜੀ ਇਹ ਵੜਦਾ ਨਹੀਂ? ਕਹਿੰਦਾ ਵੱਡੂ ਕਿਵੇਂ, ਤੇ ਗਲ 'ਚ ਪਟਾ ਕਾਹਦੇ ਲਈ ਪਾਇਆ? ਕਹਿੰਦਾ ਪਰ ਇਹਦੀ ਐਡੀ ਸੋਹਣੀ ਸਿਹਤ ਦਾ ਰਾਜ ਕੀ ਆ? ਕਹਿੰਦਾ ਜੀ ਸੇਵਾ ਕਰੀਦੀ ਆ ਸਵੇਰ ਤੋਂ ਲੈ ਕੇ ਰਾਤ ਤੱਕ। ਆਂਦਾ ਜੀ ਕੀ ਖਿਲਾਉਂਦੇ ਹੋ ਇਹਨੂੰ? ਕਹਿੰਦਾ ਸਵੇਰੇ ਬ੍ਰੇਕਫਾਸਟ 'ਚ ਬਿਸਕੁਟ ਦਈਦਾ, ਪੇਸਟਰੀ ਦਈਦੀ ਆ, ਬ੍ਰੈਡ ਖਲਾਈਦਾ, ਦੁੱਧ ਪਲਾਈਦਾ, 10 ਵਜੇ ਜੂਸ ਦਈਦਾ, ਬਾਅਦ ਦੁਪਹਿਰ ਚਿਕਨ ਦਈਦਾ, ਨਾਨ ਖਲਾਈਦਾ, ਸ਼ਾਮੀ 4 ਵਜੇ ਕੇਕ ਖਲਾਈਦਾ, 7 ਵਜੇ ਸੂਪ ਪਲਾਈਦਾ, ਰਾਤੀ ਡਿਨਰ 'ਚ ਮਟਨ ਦਈਦਾ, ਪਰ ਭੌਂਕਣ ਉੱਕਾ ਨਹੀਂ ਦਈਦਾ। ਕਹਿੰਦਾ ਪਾਪਾ ਜੀ ਇੰਨੀ ਸੇਵਾ ਕਰਦੇ ਹੋ ਉਹਦੀ? ਕਹਿੰਦਾ ਬਿਲਕੁਲ। ਕਹਿੰਦਾ ਫਿਰ ਮੇਰੀ ਇੱਕ ਗੱਲ ਮੰਨੋਗੇ? ਕਹਿੰਦਾ ਦੱਸ। ਕਹਿੰਦਾ ਅੱਜ ਤੋਂ ਬਾਅਦ ਇਹਨੂੰ ਖੋਲ ਦੋ, ਮੈਨੂੰ ਬੰਨ ਲਓ। ਹੁਣ ਤੂੰ ਦੱਸ ਭਤੀਜ, ਇਦਾਂ ਦਾ ਘਰ ਜਵਾਈ ਬਣਨਾ? ਤੇਰੇ ਨਾਲ ਕਿਹੜਾ ਮੱਥਾ ਲਾਵੇ? ਚੱਲ ਮੱਥਾ ਨਹੀਂ ਲਾਉਣਾ ਫਿਰ ਪਿੱਠ ਲਾ ਲਾ। ਸਿੱਧਾ ਕਹੋ ਕਿ ਆਨੀ ਬਹਾਨੀ ਸ਼ਰਮਾ ਜੀ ਦੀ ਪਿੱਠ ਲਾਉਣੀ ਹੈ। ਉਹ ਬਾਬਾ, ਜੇ ਭਤੀਜ ਦੀ ਪਿੱਠ ਲਾ ਕੇ ਵੀ ਚਾਚੇ ਦੀ ਨਾਰਾਜ਼ਗੀ ਦੂਰ ਹੁੰਦੀ ਆ ਤਾਂ ਮੈਂ ਪਿੱਠ ਲਾਉਣ ਵੀ ਖੁਸ਼ੀ-ਖੁਸ਼ੀ ਤਿਆਰ ਆ। ਚਾਚਾ ਜੀ ਹੁਣ ਤਾਂ ਖੁਸ਼ ਹੋ? ਫਿਰ ਕੀ ਸਵਾਦ ਆਇਆ? ਇਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਪੇਠੇ ਲਾਉਣੀ ਸੀ ਫਿਰ ਸਾਰਿਆਂ ਸਾਹਮਣੇ ਮੇਰੇ ਕੋਲੋਂ ਇੰਨਾ ਮਾਣ ਸਤਿਕਾਰ ਕਰਾਉਣਾ ਜ਼ਰੂਰੀ ਸੀ? ਪਹਿਲਾਂ ਹੀ ਪੈਰ ਫੜ ਲੈਂਦਾ। ਚਾਚਾ ਜੀ ਕਹਿਣ ਨੂੰ ਜੀ ਤਾਂ ਨਹੀਂ ਕਰਦਾ, ਪਰ ਤੁਸੀਂ ਹੋ ਬੜੇ ਬੇਰਹਿਮ। ਭਤੀਜ ਦਾ ਵੀ ਲਿਹਾਜ਼ ਨਹੀਂ ਕੀਤਾ। ਐਵੇਂ ਨਹੀਂ ਕਿਸੇ ਨੇ ਕਿਹਾ 100 ਦਾਰੂ 1 ਘਿਓ, 100 ਚਾਚਾ 1 ਪਿਓ। ਬਹਿ ਜਾ ਨਹੀਂ ਆਰਾਮ ਨਾਲ। ਅੱਜ ਕੱਲ ਤੂੰ ਵੀ ਬੜਾ ਮਸਤੀ ਹੋਈ ਆ, ਨਾਲੇ ਇੰਨੀ ਸੁਰਖੀ ਨਾ ਮੱਥਿਆ ਕਰ ਬੁੱਲਾਂ ਤੇ। ਕਿਉਂ? ਐਂ ਲੱਗਦਾ ਜਿਵੇਂ ਸਮੋਸੇ ਦੀ ਚਟਨੀ ਡੁੱਲੀ ਹੁੰਦੀ ਆ। ਹੁਣ ਮੈਨੂੰ ਛੱਡ ਕੇ ਇੱਧਰ ਅੱਡਾ ਲਾ ਲਿਆ। ਨੀਲੂ ਕੀ ਲੋੜ ਸੀ ਡੂਮਣਾ ਛੇੜਨ ਦੀ? ਨਾ ਡੂਮਣਾ ਇੱਧਰ ਲੜਿਆ ਤੇ ਸੋਜਾ ਤੈਨੂੰ ਚੜਿਆ। ਲੱਗਦਾ ਮਾਨ ਸਤਿਕਾਰ 'ਚ ਥੋੜੀ ਕਮੀ ਰਹਿ ਗਈ ਜਿਹੜਾ ਮੁੜ ਪੰਗੇ ਲੈਣਾ। ਚਾਚਾ ਜੀ ਆਪ ਤਾਂ ਸਭ ਨੂੰ ਜੋ ਮੂੰਹ ਆਂਦਾ ਕਹੀ ਜਾਂਦੇ ਹੋ। ਜੇ ਮੈਂ ਮਾੜਾ ਜਿਹਾ ਬੇਰਹਿਮ ਕਹਤਾ ਤਾਂ ਬੜਾ ਵੱਟ ਚੜਿਆ। ਵੱਟ ਤਾਂ ਬੀਬਾ ਉਦੋਂ ਚੜੂ ਜਦੋਂ ਮੰਗਿਆ ਸਾਧ ਨੇ ਆਟਾ। ਭਲਾ ਅੱਜ ਕੋਈ ਮੇਰਾ ਜੀਣਾ ਸੀ? ਮੈਨੂੰ ਤਾਂ ਧਰਤੀ ਨੇ ਵੇਲ ਨਹੀਂ ਦਿੱਤਾ। ਪਤਾ ਨਹੀਂ ਮੈਂ ਕਿਵੇਂ ਕੰਧਾਂ ਕੌਲਿਆਂ 'ਚ ਵੱਜਦਾ ਫਿਰਦਾ। ਚਾਚਾ ਜੀ, ਉਹ ਚਾਚਾ ਜੀ ਤੁਸੀਂ ਤਾਂ ਦਿਲ ਨੂੰ ਲਾ ਗਏ। ਚਲੋ ਮਾਫ ਵੀ ਕਰ ਦਿਓ ਸ਼ਰਮਾ ਜੀ ਨੂੰ। ਵੈਸੇ ਵੀ ਮਾਫ ਕਰ ਦੇਣ ਵਿੱਚ ਹੀ ਸਭ ਤੋਂ ਵੱਡੀ ਦਰਿਆਦਿਲੀ ਹੈ। ਸ਼ਰਮਾ ਜੀ ਵੇਖਿਆ ਜਾਵੇ ਨਾ ਤਾਂ ਤੁਹਾਡੇ ਵਾਸਤੇ ਵੀ ਮਾੜੀ ਗੱਲ ਸੀ। ਮਸਾਂ ਗੱਲ ਤੇ ਮਿੱਟੀ ਪੈਣ ਲੱਗੀ ਸੀ, ਤੂੰ ਬਲਦੀ ਤੇ ਤੇਲ ਪਾ ਕੇ ਹੋਰ ਭੜਕਾਉਣ ਲੱਗੀ ਆ। ਤੂੰ ਘਬਰਾ ਨਾ ਭਤੀਜ, ਮੇਰੀ ਵੀ ਜ਼ਿੰਦਗੀ ਦਾ ਇੱਕ ਅਸੂਲ ਆ। ਕਿਹੜਾ? ਮੈਂ ਜਨਾਨੀਆਂ ਮਗਰ ਲੱਗ ਕੇ ਨਹੀਂ ਲੜਦਾ। ਖਸਮਾਂ ਨੂੰ ਖਾਵੇ ਇਹੋ ਜਿਹਾ ਮੰਗਣਾ ਜਿੰਨੇ ਮੈਨੂੰ ਚੰਗੀ ਭਲੀ ਕੁੜੀ ਤੋਂ ਜਨਾਨੀ ਬਣਾਤਾ। ਓਏ ਬੀਬਾ ਜੀ, ਇਹ ਮੰਗਣੇ ਛੰਗਣੇ ਵਿਆਹ ਸ਼ਿਆਹ ਸਭ ਫਜ਼ੂਲ ਦੀਆਂ ਗੱਲਾਂ ਨੇ। ਇਹ ਤਾਂ ਬੰਦਾ ਜਦੋਂ ਦੁਨੀਆਦਾਰੀ ਦੇ ਸਾਰੇ ਕੰਮਾਂ ਕਾਰਾਂ ਤੋਂ ਵਿਹਲਾ ਹੋ ਜਾਵੇ ਨਾ ਫੇਰ ਕਰਾਵੇ। ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ, ਸਾਰੀ ਜ਼ਿੰਦਗੀ ਨਿਕਲ ਚੱਲੀ, ਅਜੇ ਤੱਕ ਮੈਂ ਵਿਹਲਾ ਹੀ ਨਹੀਂ ਹੋਇਆ। ਵਿਹਲਾ ਹੀ ਨਹੀਂ ਹੋਇਆ? ਮਤਲਬ ਤੁਹਾਡਾ ਅਜੇ ਤੱਕ ਵਿਆਹ ਹੀ ਨਹੀਂ ਹੋਇਆ? ਨੋ, ਤੁਸੀਂ ਵਿਆਹ ਕਰਾਇਆ ਹੀ ਨਹੀਂ? ਉੱਕਾ ਹੀ ਨਹੀਂ। ਮੈਂ ਜੇ ਵਿਆਹ ਨਹੀਂ ਕਰਾਇਆ ਫਿਰ ਇਹ ਸਾਰੇ ਜਵਾਕ ਜੱਲੇ ਕਿਹਦੇ ਆ? ਇਹ ਤਾਂ ਪਹਿਲੀ ਦੇ ਆ, ਮੈਂ ਤਾਂ ਦੂਜੇ ਦੀ ਗੱਲ ਕਰਦਾ ਸੀ। ਨਾ ਇਹ ਉਮਰ ਤੁਹਾਡੀ ਹੁਣ ਵਿਆਹ ਕਰਾਉਣ ਦੀ ਹੈ? ਓਏ ਕਮਲੀਏ, ਤ੍ਰਿਆ ਜੋਬਨ 30 ਵਰਸ ਔਰ ਬੈਲ 9 ਸਾਲਾ। ਓਏ ਮਰ ਤੇ ਘੋੜਾ ਕਦੇ ਬੁੜੇ ਨਾ ਹੋਵਣ ਜੇ ਮਿਲਦਾ ਰਹੇ ਮਸਾਲਾ। ਨਾਲੇ ਮੇਰੀ ਕੋਈ ਉਮਰ ਬਹੁਤੀ ਤਾਂ ਨਹੀਂ, ਮੇਰਾ ਤੇ ਭਤੀਜ ਦਾ ਸਾਰਾ 20 ਦਿਨ ਦਾ ਤਾਂ ਫਰਕ ਆ। ਚਾਚਾ ਕਿਉਂ ਝੂਠ ਬੋਲ ਕੇ ਰੱਬ ਨੂੰ ਥੱਲੇ ਲਾਉਣਾ? ਤੇਰਾ ਮੇਰਾ 20 ਦਿਨ ਦਾ ਫਰਕ ਕਿਵੇਂ ਹੋਇਆ? ਓਏ ਇਸ ਕਰਕੇ ਕਿ ਮੈਂ ਦੁਸਹਿਰੇ ਵਾਲੇ ਦਿਨ ਜੰਮਿਆ ਸੀ, ਤੂੰ ਦੀਵਾਲੀ ਵਾਲੇ ਦਿਨ। ਵਾਹ ਚਾਚਾ ਜੀ ਵਾਹ, ਤੁਸੀਂ ਆਪਣੀ ਨੋਕ ਝੋਂਕ ਨਾਲ ਲੋਕਾਂ ਨੂੰ ਤਾਂ ਹਸਾਈ ਜਾਂਦੇ ਹੋ ਪਰ ਇੱਕ ਦੂਜੇ ਨੂੰ ਰਵਾਈ ਜਾਂਦੇ ਹੋ। ਓਏ ਸਿੱਧਰੀਏ, ਇਹ ਕੋਈ ਲੜਾਈ ਥੋੜਾ ਸੀ। ਇਹ ਤਾਂ ਚਾਚੇ ਨੂੰ ਭਤੀਜ ਤੇ ਮਾਣ ਸੀ ਜਿਹੜੀ ਮੈਂ ਪੜਾਸ ਕੱਢੀ ਆ। ਤੁਸੀਂ ਇਹਨੂੰ ਲੜਾਈ ਨਾ ਸਮਝੋ, ਬਲਕਿ ਇਹ ਸਮਝੋ ਕਿ ਅੱਜ ਬਾਲੇ ਦੇ ਮੰਗਣੇ ਤੋਂ ਬਾਅਦ ਤੁਹਾਨੂੰ ਹਸਾਉਣ ਲਈ ਘਰੇ ਭਾਂਡ ਆਏ ਹੋਏ ਸੀ। ਇਹਦਾ ਮਤਲਬ ਤੁਸੀਂ ਮਰਾਸੀ ਹੋ? ਨਹੀਂ, ਹੁਣ ਅਸੀਂ ਇਲਾਜ ਕਰਾ ਲਿਆ। ਆ ਓਏ ਭਤੀਜ, ਫਿਰ ਲੈ ਵਧਾਈਆਂ ਤੇ ਪਾ ਜੱਫੀ। ਲੈ ਚਾਚਾ ਖਾ ਜਲੇਬੀਆਂ ਤੇ ਦੇ ਪੱਪੀ। ਓਏ ਅਜੇ ਵੀ ਕੱਲੀਆਂ ਜਲੇਬੀਆਂ ਹੀ ਖਿਲਾਏਗਾ? ਓਏ ਚਾਚਾ ਅੱਜ ਰੱਜ ਕੇ ਪੀਣੀ ਤੇ ਇੰਜ ਲੱਗੂ ਜਿਵੇਂ ਘਰ ਘਰ ਸ਼ਾਦੀਆਂ ਹੁੰਦੀਆਂ ਨੇ। ਓਏ ਸਵੇਰ ਸੌਂ ਕੇ ਉੱਠਾਂਗੇ ਤਾਂ ਇੰਜ ਲੱਗੂ ਕਿਵੇਂ? ਜਿਵੇਂ ਜੁੱਤੀਆਂ ਖਾਧੀਆਂ ਹੁੰਦੀਆਂ ਨੇ। ਚਾਚਾ ਜੀ ਅੱਜ ਤੁਸੀਂ ਬਾਹਰ ਦੀ ਕੋਈ ਗੱਲ ਹੀ ਨਹੀਂ ਕੀਤੀ। ਕੀ ਮਤਲਬ? ਬਾਹਰ ਕਦੋਂ ਗਏ ਸੀ? ਬਾਹਰ ਅੱਜ ਸਵੇਰੇ ਗਿਆ ਸੀ।
ਤੇ ਦੂਜੇ ਬਾਹਰ ਦੀ ਗੱਲ ਕਰਦੇ ਨੇ। ਬੀਬਾ ਦੂਜੇ ਦੀ ਕਰੇ ਚਾਹੇ ਤੀਜੇ ਦੀ ਕਰੇ, ਜਦੋਂ ਬੰਦੇ ਨੇ ਜ਼ੋਰ ਪੈਣਾ ਉਦੋਂ ਹੀ ਜਾਣਾ। ਜਨਾਬ ਮੇਰੇ ਕਹਿਣ ਦਾ ਭਾਵ ਸੀ ਫੋਰਨ ਕੰਟਰੀ। ਐਦਾਂ ਪੰਜਾਬੀ 'ਚ ਗੱਲ ਕਰਨਾ। ਅਸੀਂ ਪੁਰਾਣੇ ਬੰਦੇ ਬਾਹਰ ਜਾਣ ਨੂੰ ਜੰਗਲ ਪਾਣੀ ਜਾਣਾ ਸਮਝਦੇ ਆ। ਬਾਹਰਲੇ ਮੁਲਕਾਂ 'ਚ ਤਾਂ ਭਤੀਜ ਮੈਂ ਕਈ ਵਾਰੀ ਹੋਇਆ। ਚਾਚਾ ਜੀ ਮੈਂ ਤਾਂ ਸੁਣਿਆ ਕਿ ਅੱਜ ਕੱਲ ਵੀਜ਼ਾ ਬੜਾ ਔਖਾ ਮਿਲਦਾ ਹੈ। ਔਖਾ ਜਿਹਾ ਔਖਾ, ਕੇਰਾਂ ਦੂਤ ਘਰ ਦੇ ਮੂਹਰੇ ਜਾ ਕੇ ਤਾਂ ਵੇਖ। ਦੂਤ ਘਰ? ਓਏ ਜਿਹਨੂੰ ਤਾਂ ਮਿਲ ਜਾਂਦਾ ਵੀਜ਼ਾ ਭਤੀਜ, ਉਹਦੇ ਲਈ ਤਾਂ ਦੂਤ ਘਰ, ਤੇ ਜਿਹਨੂੰ ਨਹੀਂ ਮਿਲਦਾ ਉਹਦੇ ਲਈ ਜਮਦੂਤ ਘਰ। ਵੈਸੇ ਅੰਗਰੇਜ਼ੀ 'ਚ ਅੰਬੈਸੀ ਕਹਿੰਦੇ ਆ। ਉਹਦੇ ਮੂਹਰੇ ਰੌਣਕ, ਮੱਸਿਆ ਸ਼ੰਗਰਾਨ ਜਿੰਨਾ ਇਕੱਠ। ਮੈਂ ਕਿਹਾ ਸਾਰੇ ਹੀ ਦਹੀਂ ਛੱਕ ਕੇ ਪਹੁੰਚੇ ਹੁੰਦੇ ਆ। ਵਿੱਚੇ ਕਰਤਾਰਾਂ, ਵਿੱਚੇ ਸਰਦਾਰਾਂ, ਵਿੱਚੇ ਜੀਤੋ, ਵਿੱਚੇ ਪ੍ਰੀਤੋ, ਵਿੱਚੇ ਰਾਗੀ, ਵਿੱਚੇ ਢਾਡੀ, ਵਿੱਚੇ ਸਾਧ, ਵਿੱਚੇ ਸੰਤ, ਵਿੱਚੇ ਵਪਾਰੀ, ਵਿੱਚੇ ਕਬੱਡੀ ਦੇ ਖਿਡਾਰੀ, ਤੇ ਟਾਵਾਂ ਟਾਵਾਂ ਵਿਲੀਅਮ ਟੋਨੀ ਪੀਟਰ। ਇੱਕ ਪਾਸੇ ਕਲਾਕਾਰਾਂ ਦੀ ਬੱਸ ਭਰੀ ਖੜੀ ਹੁੰਦੀ ਆ ਤੇ ਦੂਜੇ ਪਾਸੇ ਫਨਕਾਰਾਂ ਦੀ। ਚਾਚਾ ਜੀ ਇੱਕ ਗੱਲ ਸਮਝ ਨਹੀਂ ਆਈ। ਬਾਕੀ ਆ ਗਈਆਂ। ਪੁੱਛ, ਕਿਹੜੀ ਗੱਲ ਨਹੀਂ ਆਈ? ਮੈਂ ਨਹੀਂ ਪੁੱਛਦੀ। ਚੱਲ ਮੈਂ ਪੁੱਛ ਲੈਣਾ ਵੀ ਇਹ ਕਲਾਕਾਰ ਤੇ ਫਨਕਾਰ 'ਚ ਕੀ ਫਰਕ ਹੁੰਦਾ? ਭਤੀਜ ਮੇਰੇ ਹਿਸਾਬ ਨਾਲ ਕਲਾਕਾਰ ਉਹਨੂੰ ਕਹਿੰਦੇ ਆ ਜਿਹੜਾ ਜੈਨੂਨ ਹੁੰਦਾ, ਜਿਹਦੀ ਇੱਧਰ ਵੀ ਪੁੱਛ ਹੁੰਦੀ ਆ ਤੇ ਉੱਧਰ ਵੀ। ਇਹਨੂੰ ਦੂਜੇ ਸ਼ਬਦਾਂ 'ਚ ਅਸੀਂ ਕਲਾਕਾਰ ਵੀ ਕਹਿ ਸਕਦੇ ਹਾਂ, ਕਿਉਂਕਿ ਕੱਲਾ ਕਹਿਰਾ ਜਾਂਦਾ ਕਿਸੇ ਵਾਧੂ ਘੱਟ ਨੂੰ ਨਾਲ ਨਹੀਂ ਲੈ ਕੇ ਜਾਂਦਾ। ਆਪਣਾ ਕੰਮ ਕਰਕੇ ਜਾਣੀ ਕਿ ਸ਼ੋਅ ਕਰਕੇ ਸਿੱਧਾ ਵਾਪਸ ਆਉਂਦਾ। ਤੇ ਫਨਕਾਰ? ਇਹਨਾਂ ਦੀ ਕਲਾ ਨੂੰ ਬੀਬਾ ਨਾ ਕੋਈ ਇੱਧਰ ਪੁੱਛੇ ਤੇ ਨਾ ਹੀ ਇਹਨਾਂ ਦੇ ਉੱਧਰ ਸ਼ੋਅ ਹੋਣ। ਸੋ ਫਨਕਾਰ ਇੱਕ ਐਸਾ ਫਨੀਅਰ ਆ ਜਿਹੜਾ ਜਾਲੀ ਪ੍ਰਮੋਟਰਾਂ ਨਾਲ ਰਲ ਕੇ ਭੋਲੀ ਭਾਲੀ ਜਨਤਾ ਨੂੰ 8-8 ਲੱਖ ਰੁਪਏ 'ਚ ਦੱਸ ਕੇ ਕਬੂਤਰਾਂ ਨੂੰ ਬਾਰਡਰ ਪਾਰ ਕਰਾਉਂਦਾ। ਤੇ ਫਿਰ ਇਹਨੂੰ ਫਨਕਾਰ ਕਿਉਂ ਕਹਿੰਦੇ ਨੇ? ਉਹ ਇਸ ਕਰਕੇ ਕਿ ਫਨ ਉਧਰ ਕਰੇ ਆਉਂਦਾ ਤੇ ਆਉਂਦਾ ਹੀ 8 ਲੱਖ ਦੀ ਕਾਰ ਇੱਧਰ ਲੈ ਲੈਂਦਾ। ਅੱਛਾ ਇਸ ਕਰਕੇ ਫਨਕਾਰ ਕਹਿੰਦੇ ਆ। ਪਰ ਚਾਚਾ ਜੀ ਤੁਸੀਂ ਆਪਣੇ ਬਾਰੇ ਚਾਨਣਾ ਹੀ ਨਹੀਂ ਪਾਇਆ ਵੀ ਤੁਸੀਂ ਕੀ ਹੋ। ਮੈਂ ਨਾ ਕਲਾਕਾਰ ਆ ਤੇ ਨਾ ਹੀ ਫਨਕਾਰ ਆ। ਫੇਰ? ਮੈਂ ਅਦਾਕਾਰ ਆ। ਇਹ ਅਦਾਕਾਰ ਕੌਣ ਹੁੰਦੇ ਆ? ਇਹ ਬੀਬਾ ਥੋੜੀ ਕੋਰੀ ਕਰਾਰੀ ਕਿਸਮ ਦੇ ਹੁੰਦੇ ਆ, ਉਧਾਰ ਨਹੀਂ ਕਰਦੇ। ਇਹ ਕਹਿੰਦੇ ਪੈਸੇ ਪਹਿਲਾਂ ਅਦਾ ਕਰੋ, ਕਬੂਤਰ ਬਾਅਦ ਛੱਡ ਕੇ ਆਵਾਂਗੇ। ਉਹ ਵੀ ਸੱਚੇ ਨੇ ਕਿ ਜਿਹੜੀ ਕਾਰ ਕੂਰ ਚਲਾਉਣੀ ਆ ਪਹਿਲਾਂ ਇੰਡੀਆ 'ਚ ਚਲਾ ਲਈਏ, ਜੇ ਫੜੇਗੇ ਫਿਰ ਬਾਹਰ ਤਾਂ ਉਹੀ ਚਲਾਉਣੀ ਪੈਣੀ ਆ। ਕੀ? ਚੱਕੀ। ਸ਼ਰਮ ਨਹੀਂ ਆਉਂਦੀ ਪੁੱਛਦੇ ਨੂੰ ਆਖੇ ਤੁਸੀਂ ਕੌਣ ਹੁੰਦੇ ਹੋ? ਉਹ ਮੈਂ ਧਾਰ ਮਾਰਦਾ ਇਹ ਜੀ ਕਮਾਈ ਤੇ ਜਿਹੜੀ ਗਰੀਬਾਂ ਦਾ ਲਹੂ ਚੂਸ ਕੇ ਇਕੱਠੀ ਹੋਵੇ। ਪਰ ਚਾਚਾ ਜੀ ਹੁਣ ਤਾਂ ਸੁਣਿਆ ਕਿ ਬਾਹਰਲੇ ਮੁਲਕ ਵੀ ਬਹੁਤ ਸਿਆਣੇ ਹੋ ਗਏ ਨੇ। ਕਿਉਂ ਪਹਿਲਾਂ ਕਮਲੇ ਸੀ? ਚਾਚਾ ਜੀ ਨੀਲੂ ਦੇ ਕਹਿਣ ਦਾ ਮਤਲਬ ਆ ਸਟ੍ਰਿਕਟ ਹੋ ਗਏ ਨੇ। ਸਖਤਾਈ ਇੰਨੀ ਆ ਵੀ ਅੱਜ ਕੱਲ ਵੀਜ਼ਾ ਲੈਣਾ ਖਾਲਾ ਦਾ ਵਾੜਾ ਨਹੀਂ। ਪਰ ਭਤੀਜ ਆਪਣੇ ਪੰਜਾਬੀ ਵੀ ਪੱਟੂ ਨੇ, ਕੋਈ ਨਾ ਕੋਈ ਰਾਹ ਤਾਂ ਕੱਢ ਹੀ ਲੈਂਦੇ ਆ। ਐਸੀਆਂ ਸਟੋਰੀਆਂ ਘੜਦੇ ਆ ਕਿ ਕੇਰਾਂ ਤਾਂ ਗੋਰਿਆਂ ਨੂੰ ਵੀ ਭੰਬਲ ਭੂਸੇ 'ਚ ਪਾ ਦਿੰਦੇ ਆ। ਉਹ ਕਿਵੇਂ? ਅੰਬੈਸੀ 'ਚ ਮੇਰੇ ਮੂਹਰੇ ਲਾਈਨ 'ਚ ਖੜੀ ਇੱਕ ਬਜ਼ੁਰਗ ਮਾਈ। ਮੈਂ ਸੋਚਾਂ ਚੱਲ ਮੇਰੀ ਵਾਰੀ ਤਾਂ ਆਈ ਲਓ, ਬੁੜੀ ਤੋਂ ਕਿਹੜਾ ਕੋਈ ਦੱਸ ਹੋਣਾ। ਪਰ ਮਾਈ ਉਹ ਤਾਂ ਐ ਮਹਾਰ ਨਹੀਂ ਪੜੇ ਜਿਵੇਂ ਤੋਤੇ ਨੂੰ ਰਟਾਈ ਹੁੰਦੀ ਆ। ਇੰਟਰਪ੍ਰੇਟਰ ਪੁੱਛਿਆ ਮਾਈ ਅਮਰੀਕਾ ਕੌਣ ਰਹਿੰਦਾ? ਅੱਗੋਂ ਕਹਿੰਦੀ ਵੇ ਸਗੀ ਭਤੀਜੀ ਹੁਣ ਕੌਣ ਹੋ ਗਈ? ਓਏ ਮੇਰੇ ਅੰਮਾ ਜਾਏ ਵੀਰ ਦੀ ਕੁੜੀ, ਮੈਂ ਕੁੱਛੜ ਚੱਕ ਕੇ ਖੜਾਉਂਦੀ ਰਹੀ, ਬਾਲਾ ਹੀ ਮੈਨੂੰ ਮੋਹ ਕਰਦੀ। ਉਹ ਮੇਰੀਆਂ ਮਿਹਨਤਾਂ ਕਰ ਹਾਰੀ, ਮੈਂ ਬਾਹਰ ਨੂੰ ਨੱਕ ਨਾ ਕਰਾਂ, ਉਹਦੇ ਹੁਣ ਜਵਾਕ ਜੱਲਾ ਹੋਣਾ। ਆਹ ਵੇਖੋ ਮੇਰੀ ਰਾਹਦਾਰੀ। ਉਹ ਕਹਿੰਦੇ ਮਾਈ ਉੱਥੇ ਉਹਨੂੰ ਕੋਈ ਹੈ ਨਹੀਂ ਸੰਭਾਲਣ ਵਾਲਾ। ਲੈ ਐਂ ਤਾਂ ਹੈਗਾ ਇੱਕ ਪ੍ਰਾਹੁਣਾ, ਦਿਨੇ ਫੈਕਟਰੀ ਜਾ ਵੜਦਾ, ਮੁੜਦਾ ਹੋਏ ਠੇਕੇ ਜਾ ਵੜਦਾ। ਉਹਦਾ ਕੀ ਤਵਾਰ ਆ? ਜੇ ਕੋਈ ਊਚ ਨੀਚ ਹੋਗੀ ਕੌਣ ਜ਼ਿੰਮੇਵਾਰ ਆ? ਜੇ ਭੂਆ ਨਹੀਂ ਜਹਿਮਤ ਕਟਾਊ ਤਾਂ ਹੋਰ ਕੌਣ ਕਟਾਊ? ਉਹ ਕਹਿੰਦੇ ਮਾਈ ਕਿੰਨਾ ਕੁ ਟਾਈਮ ਲਾਏਗੀ ਉੱਥੇ? ਲੈ ਮੈਂ ਕੋਈ ਵਿਹਲੀ ਆ, ਮੇਰੇ ਕੋਲ ਟਾਈਮ ਕਿੱਥੇ? ਬਸ ਹਾੜ 'ਚ ਦਿਨ ਪੂਰੇ ਹੋ ਜਾਣੇ ਆ, ਸੌਣ ਲਗਾ ਕੇ ਭਾਦੋਂ 'ਚ ਮੇਰੀ ਪਿੰਡ ਮੋੜਨ ਦੀ ਤਿਆਰੀ ਆ। ਕਿਉਂ? ਪਿੱਛੇ ਮੇਰੀ ਨੂੰਹ ਦਾ ਪੈਰ ਭਾਰੀ ਆ। ਗੋਰਾ ਮਨ 'ਚ ਸੋਚੇ ਵੀ ਇਹ ਮਾਈ ਆ ਕਿ ਦਾਈ ਆ। ਇੰਟਰਪ੍ਰੇਟਰ ਕਹਿੰਦਾ ਮਾਈ ਅਫਸਰਾਂ ਨੂੰ ਤੇਰੀਆਂ ਗੱਲਾਂ ਤੇ ਬਿਲਕੁਲ ਤਸੱਲੀ ਨਹੀਂ ਹੋਈ। ਉਹ ਕਹਿੰਦੇ ਬਾਹਰ ਡਾਕਟਰ ਵੀ ਬਥੇਰੇ ਆ, ਨਰਸਾਂ ਵੀ ਬਥੇਰੀਆਂ ਨੇ, ਉਹ ਆਪੇ ਦੇਖਭਾਲ ਕਰ ਲੈਣਗੀਆਂ। ਮਾਈ ਕਹਿੰਦੀ ਚੱਲ ਦੇਖਭਾਲ ਤਾਂ ਕਰ ਲੈਣਗੀਆਂ, ਐਂ ਤਾਂ ਉਹਨਾਂ ਕੋਲ ਥੋੜਾ ਬਹੁਤਾ ਇੰਤਜ਼ਾਮ ਹੋਊ, ਪਰ ਇਹ ਦੱਸ ਵੀ ਕਾਕੇ ਨੂੰ ਗੁੜਤੀ ਕੌਣ ਦਊ? ਗੋਰਾ ਕਹਿੰਦਾ ਵਾਟ ਇਜ਼ ਗੁੜਤੀ? ਗਾਹਾਂ ਇੰਟਰਪ੍ਰੇਟਰ ਨੂੰ ਗੁੜਤੀ ਦੀ ਅੰਗਰੇਜ਼ੀ ਨਾਲ ਲੱਭੇ। ਗੋਰਾ ਸੋਚੇ ਵੀ ਸਾਡੀ ਖਾਸ ਹੀ ਦਵਾਈ ਹੋਣੀ ਆ ਜਿਹੜੀ ਉਧਰ ਮਿਲਦੀ ਨਹੀਂ। ਗੋਰਾ ਤਰਜਮਾ ਕਰਨ ਵਾਲੇ ਦੇ ਮੂੰਹ ਵੱਲ ਵੇਖੇ ਤੇ ਤਰਜਮਾ ਕਰਨ ਵਾਲਾ ਗੋਰੇ ਦੇ। ਚਾਚਾ ਜੀ ਹੈ ਵੀ ਕੰਮ ਔਖਾ ਸੀ। ਔਖਾ ਜਿਹਾ ਔਖਾ? ਮੈਂ ਕਿਹਾ ਜੀ ਅੰਗਰੇਜ਼ੀ 'ਚ ਗੋਰੇ ਨੂੰ ਗੁੜਤੀ ਦਾ ਮਤਲਬ ਸਮਝਾਉਣਾ ਜੱਟ ਨੂੰ ਜੰਤਰੀ ਸਮਝਾਉਣ ਦੇ ਬਰਾਬਰ ਵਾਲੀ ਗੱਲ ਸੀ। ਫਿਰ ਮਾਈ ਨੇ ਗੋਰੇ ਨੂੰ ਗੁੜਤੀ ਦਾ ਮਤਲਬ ਸਮਝਾਤਾ? ਇਹ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਪਤਾ ਕਿ ਗੁੜਤੀ ਨੇ ਬੇਬੇ ਨੂੰ ਵੀਜ਼ਾ ਦਵਾਤਾ। ਚਾਚਾ ਜੀ ਇਹ ਦੱਸੋ ਕਿ ਤੁਹਾਨੂੰ ਕੀ ਕਿਹਾ ਵੀਜ਼ਾ ਆਫੀਸਰ ਨੇ? ਜਦੋਂ ਮੇਰੀ ਵਾਰੀ ਆਈ ਤਾਂ ਅਮਰੀਕਨ ਗੋਰੇ ਨੇ ਐਨਕਾਂ ਵਿੱਚ ਦੀ ਪੁੱਛਿਆ ਪੈਸੇ ਕਿੰਨੇ ਆ? ਜ਼ਮੀਨ ਜਾਇਦਾਦ ਹੈਗੀ ਆ? ਮੈਂ ਮਨ 'ਚ ਕਿਹਾ ਵੀ ਤੂੰ ਸਾਕ ਕਰਨਾ, ਪੈਸੇ ਵਾਧੂ। ਖੈਰ ਮੇਰੇ ਪਹਿਲੇ ਵੀਜ਼ੇ ਲੱਗੇ ਵੇਖ ਕੇ ਮੈਨੂੰ ਅਗਲੀ ਖਿੜਕੀ 'ਚ ਉਹਨਾਂ ਨੇ ਫੀਸ ਭਰਾਉਣ ਲਈ ਭੇਜਤਾ। ਗਾਹਾਂ ਕੀ ਵੇਖਦਾ, ਇੰਦਰ ਲੋਕ ਦੀਆਂ ਪਰੀਆਂ ਤੋਂ ਵੀ ਸੋਹਣੀ ਇੱਕ ਗੋਰੀ ਨੀਵੀਂ ਪਾਈ ਆਪਣੀ ਮਸਤੀ 'ਚ ਮਸ਼ੀਨ ਤੇ ਟਿਕ ਟਿਕ ਕਰੇ। ਅੱਛਾ ਕੰਪਿਊਟਰ ਤੇ ਬਿਜ਼ੀ ਹੋਣੀ ਹੈ। ਮੈਂ ਕਿਹਾ ਜੀ ਉਹ ਨੀਵੀਂ ਪਾਈ ਬੈਠੀ ਹੈ, ਸੋਹਣੀ ਲੱਗੀ ਜਾਵੇ। ਉਹਨੇ ਵਿੱਚ ਦੀ ਸਿਰ ਚੱਕ ਕੇ ਕਿਹਾ मिस्टर सिंह आपको थोड़ा इंतजार करना पड़ेगा। ਮੈਂ ਕਿਹਾ ਜੀ ਕਿੰਨਾ ਕੁ?
ਉਹਨੇ ਥੋੜਾ ਜਿਹਾ ਸੰਗਦੀ ਨੇ, ਰਤਾ ਕਿ ਝਿਜਕਦੀ ਨੇ, ਭੋਰਾ ਕਿ ਖਿਜੀ ਹੋਈ ਨੇ ਜਵਾਬ ਦਿੱਤਾ, 10 मिनट। ਮੇਰੇ ਮਚਲੇ ਮਾਨੇ ਕਿ ਦਿੱਤਾ ਗੱਡੀ ਛਾਲ ਮਾਰੀ ਆ, ਆਖੇ 10 ਮਿੰਟ ਇੰਤਜ਼ਾਰ ਕਰਨਾ ਪਊ। ਓਏ ਇਹੋ ਜੀ ਕੇਲੇ ਦੀ ਛੱਲੀ ਵਰਗੀ ਮੇਮ ਦੀ 10 ਸਾਲ ਇੰਤਜ਼ਾਰ ਕਰਨੀ ਪਵੇ, ਉਹ ਨਹੀਂ ਬਾਲੀ। ਅੱਛਾ ਐਂ ਦੱਸੋ ਕਿ ਵੀਜ਼ਾ ਮਿਲਿਆ ਕਿ ਨਹੀਂ? ਵੀਜ਼ਾ ਅਮਰੀਕਾ ਕੀ ਕੈਨੇਡਾ ਦਾ ਵੀ ਮਿਲ ਗਿਆ। ਦੂਏ ਦਿਨ ਟਿਕਟ ਕਟਾਈ, ਫੜਿਆ ਜਹਾਜ਼, ਕੀਤਾ ਅਰਦਾਸਾ। ਅੱਛਾ ਵੀ ਦਾਤਾ, ਵਿਖਾ ਫਿਰ ਧਰਤੀ ਦਾ ਦੂਜਾ ਪਾਸਾ। ਚਾਚਾ ਐਤਕੀ ਕੀ ਕਰਨ ਗਏ ਸੀ ਬਾਹਰ? ਐਤਕੀ ਦਾ ਭਤੀਜ ਤੁਹਾਡੀ ਚਾਚੀ ਦੇ ਭਤੀਜੇ ਹਰਿੰਦਰ ਨੇ ਬੁਲਾਇਆ ਸੀ, ਕਹਿੰਦਾ ਬਜ਼ੁਰਗਾਂ ਦੀ ਸੇਵਾ ਕਰਨੀ ਆ। ਆਹ ਤਾਂ ਜਾ ਕੇ ਪਤਾ ਲੱਗਿਆ ਕਿ ਸੇਵਾ ਕਰਨ ਨੂੰ ਬੁਲਾਇਆ ਕਿ ਕਰਾਉਣ ਨੂੰ। ਕਿਉਂ? ਆ ਗਏ ਆਪਣੀ ਆਈ ਤੇ ਆਪ ਤਾਂ ਤਿਆਰ ਹੋ ਗਏ, ਮਾਲਕ ਤੀਵੀਂ ਕੰਮ ਤੇ ਜਾਣ ਲੱਗੇ ਤਾਂ ਮੈਨੂੰ ਭਤੀਜ ਨੂੰ ਕਹਿੰਦੀ, ਫੁੱਫੜ ਜੀ ਆ ਜਰਾ ਕਾਕਾ ਸੰਭਾਲਿਓ। ਫੇਰ ਤੁਸੀਂ ਕੀ ਕਿਹਾ? ਮੈਂ ਕਿਹਾ ਬੀਬਾ ਚੱਲ ਕਾਕਾ ਦਾ ਸੰਭਾਲ ਨੂੰ ਔਖਾ ਸੌਖਾ, ਪਰ ਆ ਜੰਗਲ ਪਾਣੀ ਵਾਲੇ ਕੰਮ ਨੂੰ ਮੈਂ ਹੱਥ ਨਹੀਂ ਲਾਉਣਾ, ਇਹ ਮੈਂ ਪਹਿਲਾਂ ਦੱਸ ਦਿੰਦਾ। ਮੈਨੂੰ ਕਹਿੰਦੀ, ਇਹਦੀ ਤੁਸੀਂ ਚਿੰਤਾ ਨਾ ਕਰੋ, ਮੈਂ ਕਾਕੇ ਦੇ ਡਾਇਪਰ ਲਾ ਚੱਲੀ ਆ। ਅੱਛਾ ਨੈਪੀ। ਅੰਗਰੇਜ਼ੀ ਪੋਤੜਾ। ਲਓ ਜੀ, ਮੈਂ ਕਾਕੇ ਨੂੰ 2-2 ਘੰਟੇ ਬਾਅਦ ਦੁੱਧ ਪਿਲਾਈ ਗਿਆ। ਦੁਪਹਿਰੇ 2 ਵਜੇ ਮੈਨੂੰ ਆਪ ਨੂੰ ਜ਼ੋਰ ਪੈ ਗਿਆ। ਉਧਰ ਲੈਟਰਿਨ ਮੂਹਰੇ ਪਤੰਦਰਾਂ ਨੇ ਸ਼ੇਰ ਵਰਗਾ ਜਤਲ ਜਿਹਾ ਕੁੱਤਾ ਬੰਨਿਆ ਹੋਇਆ। ਓਪਰਾ ਬੰਦਾ ਵੇਖ ਕੇ ਮੈਨੂੰ ਅੰਦਰ ਨਾ ਵੜਨ ਦੇਵੇ। ਮੈਂ ਦਰਵਾਜ਼ਾ ਖੋਲ੍ਹਣ ਨੂੰ ਜਾਵਾਂ, ਉਹ ਲੱਤ ਫੜਨ ਨੂੰ ਜਾਵੇ। ਮੈਂ ਆ ਕੇ ਸੋਫੇ ਤੇ ਬਹਿ ਗਿਆ। ਘੰਟੇ ਕੁ ਬਾਅਦ ਫੇਰ ਵੱਟ ਜਿਹਾ ਪਿਆ। ਮੈਂ ਫੇਰ ਹੌਸਲਾ ਜਿਹਾ ਕੀਤਾ, ਉਹ ਅੱਗੋਂ ਫੇਰ ਭੱਜ ਕੇ ਪਵੇ। ਇੱਕ ਤਾਂ ਮੈਨੂੰ ਉਹਦੇ ਸਾਰੇ ਸਰੀਰ ਤੇ ਜੱਤ ਜੀ ਵੇਖ ਕੇ ਸਮਝ ਨਾ ਆਵੇ ਇਹ ਸਾਡਾ ਕੁੱਤਾ ਕਿਹੜਾ। ਲਾਸਾ ਐਪਸੋ ਬਰੀਡ ਹੋਣੀ ਹੈ। ਤੇ ਦੂਜਾ ਤੁਸੀਂ ਟੀਕਿਆਂ ਡਰਦੇ ਹੋਣੇ ਆ। ਓਏ ਮੈਂ ਟੀਕਿਆਂ ਤੋਂ ਨਹੀਂ ਡਰਦਾ ਸੀ, ਮੈਂ ਤਾਂ ਕੁੱਤੇ ਦਾ ਵੱਢਿਆ ਕਹਾਉਣ ਤੋਂ ਡਰਦਾ ਸੀ। ਜਦੋਂ ਵੱਜੇ ਸ਼ਾਮ ਦੇ 5, ਭਤੀਜ ਮੈਂ ਤਾਂ ਜਲੇਬੀਆਂ ਇਕੱਠਾ ਹੋ ਗਿਆ। ਨਾ ਫਿਰ ਤੁਹਾਨੂੰ ਕੁਝ ਸੁਝਿਆ ਨਹੀਂ? ਸੁਝਿਆ ਕਿਉਂ ਨਹੀਂ? ਫਿਰ ਚਤਰ ਸਿਓ ਨੇ ਵਰਤੀ ਚਤਰਾਈ। ਕਿਵੇਂ? ਮੈਂ ਸੋਚਿਆ ਵੀ ਇਹ ਜਵਾਕ ਦਾ ਡਾਇਪਰ ਕਦੋਂ ਕੰਮ ਆਊ। ਆਪਾਂ ਹੌਲੀ ਨਾਲ ਡਾਇਪਰ ਖੋਲਿਆ, ਕਾਰਵਾਈ ਕਰਕੇ ਜਵਾਕ ਦੇ ਫਿਰ ਬੰਨਤਾ। ਤੇ ਰਾਤ ਨੂੰ ਜਦੋਂ ਨੋਹ ਲੱਗੀ ਡਾਇਪਰ ਬਦਲਣ, ਹੱਕੀ ਬੱਕੀ ਜੀ ਹੋ ਕੇ ਕਹਿੰਦੀ, ਫੁੱਫੜ ਜੀ ਆ ਮੁੰਡਾ ਕੁਛ ਠੀਕ ਜਿਹਾ ਨਹੀਂ ਲੱਗਦਾ। ਮੈਂ ਕਿਹਾ ਭਾਈ ਮੈਂ 2 ਵਾਰੀ ਦੁੱਧ ਵੱਧ ਪਿਲਾਤਾ ਸੀ, ਸ਼ਾਇਦ ਪੇਟ ਖਰਾਬ ਹੋ ਗਿਆ ਹੋਵੇ। ਦੂਏ ਦਿਨ ਕੁੱਤਾ ਫੇਰ ਨਾ ਮੈਨੂੰ ਅੰਦਰ ਵੰਡ ਦੇਵੇ। ਆਪਾਂ ਫੇਰ ਡਾਇਪਰ ਖੋਲਿਆ, ਕਾਰਵਾਈ ਕਰਕੇ ਫੇਰ ਬੰਨਤਾ। ਚਾਚਾ ਤੈਨੂੰ ਤਾਂ ਖੇਡ ਲੱਭ ਗਈ। ਓਏ ਮੈਂ ਅਨਸਰਦੇ ਨੂੰ ਕਰਦਾ ਸੀ, ਆਹ ਟਟੂ ਜਿਹਾ ਖੇਲ ਹੀ ਦੱਸਦਾ। ਨੋ ਜਦੋਂ ਰਾਤ ਨੂੰ ਫੇਰ ਡਾਇਪਰ ਬਦਲਣ ਲੱਗੀ, ਫੇਰ ਤਾਂ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਹਾਏ ਮੈਂ ਮਰ ਗਈ, ਮੁੰਡਾ ਤੇ ਇੰਨਾ ਖਾਂਦਾ ਨਹੀਂ ਜਿੰਨਾ ਕੱਢੀ ਜਾਂਦਾ। ਮੈਂ ਕਿਹਾ ਧੀਏ ਚਿੰਤਾ ਨਾ ਕਰ, ਜਵਾਕ ਕਰਦੇ ਹੀ ਹੁੰਦੇ ਆ। ਲਓ ਜੀ ਜਦੋਂ 30 ਦਿਨ ਫੇਰ ਡਾਇਪਰ ਬਦਲਿਆ, ਫੇਰ ਤਾਂ ਭਤੀਜ ਅੰਦਰੋਂ ਚੀਕਾਂ ਮਾਰਦੀ ਏ ਆਵੇ। ਹੈਰੀ ਜੀ ਖਸਮਾਂ ਨੂੰ ਖਾਣ ਆਪਣੀਆਂ ਜੋਬਾਂ, ਮੁੰਡਾ ਤਾਂ ਮੇਰਾ ਉਹੀ ਧੋਤਾ ਜਾਊ, ਤੁਰੋ ਡਾਕਟਰ ਦੇ। ਫੇਰ? ਲਓ ਜੀ ਜਦੋਂ ਮਾਲਕ ਦੀ ਵੀ ਲੱਗੇ ਡਾਕਟਰ ਦੇ ਜਾਣ, ਮੈਂ ਪਿੱਛੋਂ ਆਵਾਜ਼ ਮਾਰੀ, ਮੈਂ ਕਿਹਾ ਧੀਏ ਕੈਨੇਡਾ ਛੱਡ, ਚਾਹੇ ਸਾਰੇ ਅਮਰੀਕਾ ਦੇ ਡਾਕਟਰਾਂ ਨੂੰ ਵਿਖਾ ਦੇ, ਉਹਨਾਂ ਨੂੰ ਕੁਝ ਨਹੀਂ ਲੱਭੂ। ਆਹ ਤਾਂ ਜਦੋਂ ਤੱਕ ਕੁੱਤਾ ਟਾਇਲਟ ਮੂਹਰੇ ਬੰਨਿਆ, ਸਮਝ ਲੈ ਮੁੰਡਾ ਇੰਨਾ ਹੀ ਹੱਗੂ। ਇਹਦਾ ਮਤਲਬ ਚਾਚਾ ਜੀ ਜਿੰਨੇ ਦਿਨ ਤੁਸੀਂ ਕੈਨੇਡਾ ਰਹੇ, ਕੁੱਤਾ ਤੁਹਾਨੂੰ ਤੰਗ ਕਰੀ ਗਿਆ ਤੇ ਤੁਸੀਂ ਘਰਦਿਆਂ ਨੂੰ। ਮੈਂ ਕਿਹਾ ਜੀ ਇੱਕ ਦਿਨ ਅੱਕ ਕੇ ਮੈਨੂੰ ਭਤੀਜ ਨੂੰ ਕਹਿੰਦੀ, ਫੁੱਫੜ ਜੀ ਤੁਹਾਨੂੰ ਭੂਆ ਨਹੀਂ ਚੇਤੇ ਆਉਂਦੀ? ਮੈਂ ਕਿਹਾ ਚਿੰਤਾ ਨਾ ਕਰਦੀ ਏ, ਚੋਰ ਨਾਲੋਂ ਵੰਡ ਕਾਲੀ ਆ। ਆਹ ਵੇਖ ਮੇਰਾ ਟੈਚੀ ਬਾਹਰ ਪਿਆ, ਪਰ ਜਾਣ ਤੋਂ ਪਹਿਲਾਂ ਮੈਨੂੰ ਇੱਕ ਬਿਸਕੁਟ ਦਿਓ। ਨੋ ਤਾਂ ਭੱਜ ਕੇ ਲਿਆਈ ਹੋਣੀ ਆ, ਭਈ ਜਾਵੇ ਸੀ ਬੜਾ ਕਿਸੇ ਤਰੀਕੇ। ਮੈਂ ਕਿਹਾ ਜੀ ਇੱਕ ਛੱਡ, ਪੂਰਾ ਪੈਕਟ ਚੱਕੀ ਆਵੇ। ਉਹ ਮੈਂ ਕਿਹਾ ਧੀਏ ਇੱਕੇ ਬਹੁਤ ਆ, ਕਿਹੜਾ ਮੈਂ ਖਾਣਾ, ਮੈਂ ਤਾਂ ਤੁਹਾਡੇ ਕੁੱਤੇ ਨੂੰ ਹੀ ਖਿਲਾਉਣਾ। ਮੈਨੂੰ ਕਹਿੰਦੀ, ਤੁਸੀਂ ਤਾਂ ਸਾਡੇ ਕੁੱਤੇ ਨੂੰ ਚੰਗਾ ਨਹੀਂ ਸਮਝਦੇ ਸੀ ਤੇ ਹੁਣ ਜਾਣ ਲੱਗੇ ਬਿਸਕੁਟ ਖਿਲਾਉਣ ਲੱਗੇ ਆ। ਉਹ ਮੈਂ ਕਿਹਾ ਧੀਏ ਮੈਨੂੰ ਬਿਸਕੁਟ ਖਿਲਾਉਣ ਦਾ ਸ਼ੌਂਕ ਨਹੀਂ, ਮੈਂ ਤਾਂ ਸਿਰਫ ਇਹ ਵੇਖਣਾ ਚਾਹੁੰਦਾ ਕਿ ਇਹਦਾ ਮੂੰਹ ਕਿੱਧਰ ਆ। ਕਿਉਂ? ਮੈਂ ਕਿਹਾ ਜਾਣ ਤੋਂ ਪਹਿਲਾਂ ਮੈਂ ਸਾਲੇ ਦੀ ਪਿੱਠ ਤੇ ਲੱਤ ਮਾਰਨੀ ਆ। ਚਾਚਾ ਜੀ ਫਿਰ ਇੰਡੀਆ ਵਾਪਸ ਆ ਗਏ? ਆਉਣਾ ਹੀ ਸੀ, ਆਪਣੇ ਮੁਲਕ ਵਰਗੀ ਬੀਬਾ ਕੋਈ ਰੀਸ ਆ। ਚਾਚਾ ਜੀ ਵੈਸੇ ਤੁਸੀਂ ਕਿਸਮਤ ਵਾਲੇ ਹੋ ਜਿਹੜੇ ਇੰਨੇ ਗੇੜੇ ਲਾ ਆਉਂਦੇ ਹੋ। ਲੋਕੀ ਤਾਂ 8-8 ਲੱਖ ਰੁਪਇਆ ਦੇ ਕੇ ਵੀ ਤਰਸਦੇ ਨੇ ਬਾਹਰ ਜਾਣ ਨੂੰ। ਉਹ ਤਾਂ ਹੈ ਬੀਬਾ। ਚਾਚਾ ਜੀ ਜੇ ਤੁਸੀਂ ਗੁੱਸਾ ਨਾ ਕਰੋ, ਅਸੀਂ ਸਰੋਤਿਆਂ ਵੱਲੋਂ ਤੁਹਾਨੂੰ ਕੋਈ ਨਜ਼ਰਾਨਾ ਭੇਟ ਕਰੀਏ। ਨਜ਼ਰਾਨਾ? ਕਿਹੜਾ ਨਜ਼ਰਾਨਾ? ਅੱਛਾ ਵੀ ਦਾਤਾ। ਚੜਾਈ ਹੈ ਵੀ ਚਾਚੇ ਦੇ ਛਣਕਾਟੇ ਦੀ। ਓਏ 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 ਹੁਣ ਤੁਸੀਂ ਮੇਰੇ ਛਣਕਾਟੇ ਨਜ਼ਰ ਲਾਉਣ ਲੱਗੇ ਹੋ? ਓਏ ਸਾਡੀ ਬਿੱਲੀ ਸਾਨੂੰ ਐਵੇਂ ਆਉ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਤਣਕੇ, ਜਾਈਏ ਮਾਰ ਉਡਾਰੀ ਪਈ ਨੋਟਾਂ ਦਾ ਤਾਣਾ ਤਣਕੇ।
ਡਾਕਟਰ ਬਣ ਕੇ ਚੱਲ ਅਮਰੀਕਾ ਨੂੰ। ਪਿੰਡਾਂ ਵਿੱਚੋਂ ਪਿੰਡ ਛਾਟਿਆ, ਪਿੰਡ ਛਾਟਿਆ ਥਾਂਦੀ, ਟੇਕਿਆਂ ਦੇ ਕਰ ਚੁੰਗੀਆਂ ਪੂਰੀਆਂ, ਪਹਿਨਿਆ ਸੋਨਾ ਚਾਂਦੀ। ਓਏ ਸਹੁਰਿਆਂ ਦੇ ਕਰ ਪਿੱਤਲ ਵਿਲਿਆ ਨੀ ਕਰਮਾ ਮਾਰੀਏ, ਸਹੁਰਿਆਂ ਦੇ ਕਰ ਪਿੱਤਲ ਵਿਲਿਆ, ਸੁੱਕੇ ਟੁੱਕਰ ਖਾਂਦੀ, ਮਾੜੀ ਹੋ ਗਈ ਨੀ ਘਗਰੀ ਢਲਕਦੀ ਜਾਂਦੀ, ਮਾੜੀ ਹੋ ਗਈ ਨੀ। ਵਿੱਚ ਕਾਲਜ ਦੇ ਛੁੱਟੀ ਹੁੰਦੀ,